ਬਾਣੀ ਬੜੇ ਪ੍ਰੇਮ ਪਿਆਰ ਆਦਰ ਸਤਿਕਾਰ ਧਿਆਨ ਪੂਰਵਕ ਪੜ੍ਹਦੇ ਜਾਂ ਸਰਵਣ ਕਰਦੇ ਹੋ, ਉਹਨਾਂ ਨੂੰ ਇਹ ਅਨੁਮਾਨ ਹੋਵੇਗਾ। ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਅਮਰਦਾਸ ਜੀ ਨੇ ਵੱਧ ਤੋਂ ਵੱਧ ਧਿਆਨ ਗੁਰਬਾਣੀ ਵਾਸਤੇ ਹੀ ਦਿੱਤਾ। ਆਪ ਹੋ ਸਿੱਖ ਸਤਿਗੁਰੂ ਪਿਆਰੇ ਹੋ ਗਾਵੋ ਸੱਚੀ ਬਾਣੀ। ਬਿਨ ਨਾਵੇ ਸਭ ਭਰਮ ਦੇ ਨਿਤ ਜਗ ਟੋਟਾ ਸੰਸਾਰ। ਇਹੋ ਤਨ ਅਖੁੱਟ ਨਾਨਕ ਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀ ਯਾਦ ਖਾਏ। ਹਰ ਨਾਮ ਤਨ ਨਰਮਲਾ ਤਪਾਰਾ, ਗੁਰ ਕੇ ਸਦ ਭਰੇ ਭੰਡਾਰਾ। ਨਾਮ ਤਨ ਮਨ ਹੋਰ ਬਿਕ ਸਭ ਜਨ, ਜਿਤਨੇ ਵੀ ਹੁਕਮ ਨਾਵੇਂ। ਸਾਰੇ ਹੀ ਬਾਣੀ ਜੋ ਵੀ ਸ਼ਬਦ ਗੁਰੂ ਅਮਰਦਾਸ ਜੀ ਦਾ ਆਇਆ, ਉਹ ਤਕਰੀਬਨ ਬਾਣੀ ਵੱਲ ਹੀ ਇਸ਼ਾਰਾ ਕੀਤਾ। ਇਸ ਲਈ ਗੁਰੂ ਸਾਧ ਸੰਗਤ ਜੀ ਗੁਰਪੁਰਬ ਸਾਡੇ ਮਨਾਉਣੇ ਸਫਲੇ ਹਨ। ਹਰ ਇੱਕ ਗੁਰੂ ਸਾਹਿਬ ਦੇ ਦਿਵਸ 'ਤੇ ਕੋਈ ਨਾ ਕੋਈ ਉਹਨਾਂ ਦਾ ਉਪਦੇਸ਼ ਵਿਸ਼ੇਸ਼ ਤੌਰ 'ਤੇ ਮਨ ਵਿੱਚ ਧਾਰੀਏ, ਜਿਹਦੇ ਨਾਲ ਸਾਡੇ ਇਹ ਦਿਵਸ ਮਨਾਉਣੇ ਸਫਲ ਹੋ ਜਾਣ। ਸਾਹਿਬ ਸ੍ਰੀ ਅਮਰਦਾਸ ਜੀ ਮਹਾਰਾਜ ਸਾਹਿਬ ਦਾ ਵੱਧ ਤੋਂ ਵੱਧ ਸਾਰਾ ਹੀ ਆਨੰਦ ਸਾਹਿਬ ਦੇ ਵਿੱਚ, ਸਾਰੇ ਹੀ ਸ਼ਬਦਾਂ ਵਿੱਚ, ਹਰੇਕ ਤਕਰੀਬਨ ਸ਼ਬਦ ਦੇ ਵਿੱਚ ਗੁਰਬਾਣੀ ਵੱਲ ਇਸ਼ਾਰਾ ਕੀਤਾ। ਇਸ ਲਈ ਆਪ ਸੰਗਤਾਂ ਨੂੰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਦੇ ਗੁਰਿਆਈ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿ ਸ੍ਰੀ ਅਕਾਲ। ਜ਼ਿਆਦਾ ਸਮਾਂ ਨਾ ਲਵਾਂ, ਕਿਉਂਕਿ ਸਾਡੇ ਕੋਲ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਆਪ ਜੀ ਨੂੰ ਨਿਹਾਲ ਕਰਨਗੇ। 62 ਸਾਲ ਦੀ ਉਮਰ ਵਿੱਚ 12 ਸਾਲ ਜੋ ਸੇਵਾ ਕੀਤੀ। ਗੁਰੂ ਰੂਪ ਸਾਧ ਸੰਗਤ ਜੀ ਅੱਜ ਦਾ ਸਮਾਂ ਦੇਖ ਲਈਏ, ਜੇ ਕੁਝ ਪ੍ਰਾਪਤੀ ਹੋ ਜਾਏ ਫਿਰ ਅਸੀਂ ਕਿਸੇ ਦਾ ਭਲਾ ਨਹੀਂ ਕਰਦੇ। 4 ਅੱਖਰ ਵੱਧ ਪੜ੍ਹ ਲਈ ਜਾਂ ਕੋਈ ਉੱਚੀ ਪਦਵੀ, ਫਿਰ ਸੋਚਦੇ ਕਿਸੇ ਦਾ ਬੁਰਾ ਕੰਮ ਕੀਤਾ ਜਾਵੇ। ਇਸ ਲਈ ਗੁਰੂ ਸਾਹਿਬ ਸੀ ਮਾਫ਼ ਕਰਨਾ। ਅਪਾਰ ਬਖਸ਼ਿਸ਼ਾਂ ਕੀਤੀਆਂ। 62 ਸਾਲ ਤੋਂ ਲੈ ਕੇ 12 ਸਾਲ 74 ਸਾਲ ਦੀ ਉਮਰ ਤੱਕ ਨਿਸ਼ਕਾਮ ਸੇਵਾ ਜੋ ਕੀਤੀ, ਤੇ ਕੀਤਾ ਕਿ ਸਾਡੇ ਵਾਸਤੇ ਪਲ ਪਲ ਭਲੇ ਵਾਸਤੇ ਸੰਸਾਰ ਦੇ ਅਰਪਣ ਕੀਤਾ। ਐਸੇ ਮਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਦੇ ਗੁਰਿਆਈ ਦਿਵਸ ਦੀਆਂ ਜਿੱਥੇ ਲੱਖ ਲੱਖ ਵਧਾਈਆਂ। ਸਮੁੱਚੇ ਸੰਸਾਰ ਵੱਲੋਂ ਪ੍ਰਣਾਮ ਹੈ ਕੋਟਨ ਕੋਟ। ਗੁਰੂ ਅਮਰਦਾਸ ਸਾਹਿਬ ਜੀ ਨੂੰ ਤੇ ਨਾਜ ਹੈ ਸਮੁੱਚੇ ਸੰਸਾਰ ਨੂੰ, ਜਿਹਨਾਂ ਮਹਾਨ ਬਖਸ਼ਿਸ਼ਾਂ ਕੀਤੀਆਂ। ਆਪ ਜੀ ਨੂੰ ਇਸ ਪਵਿੱਤਰ ਪਾਵਨ ਦਿਵਸ ਦੀ ਖੁਸ਼ੀ ਨੂੰ ਸਮਰਪਿਤ ਨਿਹਾਲ ਕਰ ਸਮਰਾਗ ਜਥਾ ਸਤਿਕਾਰਯੋਗ ਭਾਈ ਬਲਰਾਜ ਸਿੰਘ ਜੀ, ਸਮੂਹ ਸੰਤ ਦੇ ਪ੍ਰਬੰਧ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਜੀ ਨੂੰ 1 ਘੰਟੇ ਲਈ ਅਤੀ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਘਨਈਆ, ਮੁੱਖ ਪ੍ਰਚਾਰਕ ਬਾਬਾ ਬੁੱਢਾ ਦਲ 96 ਕਰੋੜੀ, ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਦੇ ਨਾਲ ਅੱਜ ਦੇ ਪਵਿੱਤਰ ਪਾਵਨ ਦਿਵਸ ਨਾਲ ਵੀ ਨਿਹਾਲ ਕਰਨਗੇ। ਇੱਕ ਮੰਚ ਤੋਂ ਗੁਰੂ ਸਾਧ ਸੰਗਤ ਗੁਰੂ ਸਰਵਣ ਗੁਰੂ ਜਸ ਸਰਵਣ ਕਰੀਏ। ਪਰ ਆਰੰਭ ਧੁਰ ਕੀ ਬੰਦ 2 ਸ੍ਰੀ ਅਖੰਡ ਪਾਠ ਦਾ ਭੋਗ ਕੱਲ੍ਹ ਨੂੰ 9 ਵਜੇ ਪਵੇਗਾ। ਉਪਰੰਤ ਪਰਿਵਾਰ ਨੂੰ ਸੁਖ ਸ਼ਾਂਤੀ, ਕਾਰਜਾਂ ਦੀ ਸਫਲਤਾ, ਸੰਸਾਰ ਦੀ ਸੁਖ ਸ਼ਾਂਤੀ ਵਾਸਤੇ ਦੀਵਾਨ ਸਜਣਗੇ। ਇਹ ਗੁਰੂ ਅਮਰਦਾਸ ਜੀ ਦਾ ਵੀ ਫਰਮਾਨ ਹੈ, ਜਗਤ ਜਲੰਦਾ ਰੱਖ ਲਿਆ ਆਪਣੀ ਕਿਰਪਾ ਧਾਰ। ਜਿਤ ਦੁਆਰੋ ਬਿਰਤ ਤਲੇ ਹੋ ਬਾਰ, ਸਤਿਗੁਰ ਸੁਖ ਵਿਖਾ ਲਿਆ ਸੱਚਾ ਸਭ ਵਿਚਾਰ। ਨਾਨਕ ਅਵਨ ਸੁਝਈ ਹਰ ਬਿਨ ਬਖਸ਼ਣਹਾਰ। ਇਹ ਵੀ ਗੁਰੂ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਹਨ। ਸੋ ਬੜੇ ਹੀ ਪ੍ਰੇਮ ਕਰ ਸ਼ਰਧਾ ਭਾਵ ਨਾਲ ਗੁਰੂ ਅਮਰਦਾਸ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਹੋਣ ਦੀ ਕਿਰਪਾਲਤਾ ਕਰੋ ਜੀ। ਹਿਮਾਂਦਾ ਜਾਚ ਖਾਂ ਆਪ ਜੀ ਦਾ ਸਮਾਂ ਲਿਆ ਗਿਆਨ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ
ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਉਸਕੇ ਪੰਥੀ ਹਮ ਸਦਾਏ ਹਮ ਮਰਨੇ ਤੇ ਕਿਮ ਨਠ ਜਾਏ। ਉਸਕੇ ਪੰਥੀ ਹਮ ਸਦਾਏ ਹਮ ਮਰਨੇ ਤੇ ਕਿਮ ਨਠ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੈ ਜੋ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ ਹੈ। ਜਿਸ ਤਰ੍ਹਾਂ ਆਪ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਵਜ਼ੀਰ ਸਾਹਿਬਾਨ ਭਾਈ ਸ਼ਿੰਗਾਰਾ ਸਿੰਘ ਜੀ ਪਾਸੋਂ ਸਰਵਣ ਕੀਤਾ ਕਿ ਅੱਜ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਗੁਰਗੱਦੀ ਦਿਵਸ ਹੈ। ਖਾਲਸਾ ਜੀ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਐਸੀ ਮਹਾਨ ਸ਼ਖਸੀਅਤ ਦੇ ਮਾਲਕ ਨੇ। ਦਰ ਦੇਤ ਬਤਾਏ ਸੋ ਮੁਕਤ ਕੋ ਪ੍ਰਸੀਦਤ ਚਿਤ ਸ਼੍ਰੀ ਸਿਮਰ। ਮਰ ਜਨਮਨ ਕੇ ਸੰਕਟ ਹਰਨ ਜੈ 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 ਸ਼੍ਰੀ ਗੁਰ ਅਮਰ। ਕਵੀ ਰਾਜ ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਨਾਮ ਦੇ ਵਿੱਚ ਐਸੀ ਮਿਠਾਸ ਹੈ, ਸਤਿਗੁਰੂ ਗੁਰੂ ਅਮਰਦਾਸ ਜੀ ਦੇ ਨਾਮ ਵਿੱਚ ਐਸੀ ਬਰਕਤ ਹੈ, ਐਸੀ ਤਾਕਤ ਹੈ, ਜਿਹੜਾ ਇੱਕ ਵਾਰ ਦੋਵੇਂ ਹੱਥ ਜੋੜ ਕੇ ਰਸਨਾ ਤੋਂ ਕਹਿ ਦਿੰਦਾ ਨਾ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਜੀ ਕਿਸੇ ਗੱਲ ਦੀ ਤੋਟ ਨਹੀਂ ਛੱਡਦੇ, ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਉਸ ਸਿੱਖ ਦੀ ਝੋਲੀ ਵਿੱਚ ਪਾ ਦਿੰਦੇ ਨੇ। ਜਿਸ ਤਰ੍ਹਾਂ ਗੁਰ ਮਹਿਮਾ ਮਿਸਰੀ ਮੇਰ ਸਮ ਅਮਿਤ ਅਗਮ ਅਪਾਰ। ਚੀਰੀ ਮੁਖ ਨਿਜ ਭਰ ਲਿਆ ਕਛ ਅੰਤ ਨਾ ਪਾਰਾਵਾਰ। ਕਹਿੰਦੇ ਮਿਸ਼ਰੀ ਦਾ ਬੜਾ ਵੱਡਾ ਪਹਾੜ ਹੋਵੇ, ਨਿੱਕੀ ਜਿਹੀ ਕੀੜੀ ਜਾਵੇ, ਮਿਸ਼ਰੀ ਦੀ ਚੁੰਝ ਭਰੇ। ਤੇ ਖਾਲਸਾ ਜੀ ਕਹਿੰਦੇ ਨਿੱਕੀ ਜਿਹੀ ਚੁੰਝ ਭਰ ਕੇ ਮਿਸ਼ਰੀ ਦੇ ਪਹਾੜ ਦੀ ਮਿਠਾਸ ਦਾ ਅੰਤ ਨਹੀਂ ਪਾ ਸਕਦੀ। ਉਹ ਜਿੰਨੀ ਵਾਰ ਚੁੰਝ ਭਰੇਗੀ ਓਨੀ ਵਾਰ ਮਿਠਾਸ ਆਵੇਗੀ। ਅਸੀਂ ਜਿੰਨੀ ਵਾਰ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਕਵਾਂਗੇ, ਜਿੰਨੀ ਵਾਰ ਸਤਿਗੁਰਾਂ ਦਾ ਨਾਮ ਰਸਨਾ ਤੋਂ ਲਵਾਂਗੇ, ਓਨੀ ਵਾਰ ਰਹਿਮਤਾਂ ਬਖਸ਼ਿਸ਼ਾਂ ਸਾਡੇ ਘਰ ਵਿੱਚ ਜ਼ਰੂਰ ਆਉਣਗੀਆਂ। ਇਸੇ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੀ ਵਡਿਆਈ ਇਸ ਜ਼ਬਾਨ ਤੋਂ ਕੋਈ ਬਿਆਨ ਕਰ ਹੀ ਨਹੀਂ ਸਕਦਾ। ਸਤਿਗੁਰੂ ਦੀ ਵਡਿਆਈ ਸਤਿਗੁਰੂ ਆਪ ਹੀ ਜਾਣਦੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਕੋਈ ਆਮ ਬੰਦਾ ਇੱਕ ਰਸਨਾ ਤੋਂ ਸਤਿਗੁਰੂ ਦੀ ਵਡਿਆਈ ਨਹੀਂ ਕਰ ਸਕਦਾ। ਪਰ ਵੇਖੋ ਜੋਤ ਇੱਕ ਹੈ, ਜੋ ਜੋਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ ਹੈ, ਉਹੀ ਗੁਰੂ ਅੰਗਦ ਸਾਹਿਬ ਵਿੱਚ ਹੈ, ਉਹੀ ਗੁਰੂ ਅਮਰਦਾਸ ਜੀ ਵਿੱਚ ਹੈ। ਪਰ ਵੇਖੋ ਕੈਸੀ ਇੱਕ ਵਿਲੱਖਣ ਬਾਤ ਹੈ ਸਿੱਖੀ ਦੀ, ਵੀ ਜਦੋਂ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਜਿਹੜੇ ਉਜਾਗਰ ਹੁੰਦੇ ਨੇ,
ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਜਾਂਦੇ ਨੇ, ਘੋੜੇ ਤੇ ਸਵਾਰ ਹੋ ਕੇ ਗੁਰੂ ਨਾਨਕ ਸਾਹਿਬ ਕੋਲ ਗਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਰਸਤੇ ਵਿੱਚ ਮਿਲ ਗਏ ਤੇ ਸਤਿਗੁਰਾਂ ਤੋਂ ਹੀ ਸਤਿਗੁਰੂ ਦਾ ਪਤਾ ਪੁੱਛਦੇ ਕਿ ਗੁਰੂ ਨਾਨਕ ਸਾਹਿਬ ਦਾ ਵਾਸਾ ਕਿੱਥੇ ਹੈ, ਕਿਉਂਕਿ ਗੁਰੂ ਦਾ ਪਤਾ ਗੁਰੂ ਹੀ ਦੱਸ ਸਕਦਾ, ਦੂਜਾ ਨਹੀਂ ਦੱਸ ਸਕਦਾ। ਇਸੇ ਕਰਕੇ ਕਿਹਾ ਵੀ ਜੇ ਗੁਰੂ ਦੀ ਜੋਤ ਤੱਕ ਪਹੁੰਚਣਾ ਹੈ ਫਿਰ ਗੁਰੂ ਦੇ ਸ਼ਬਦ ਨੂੰ ਆ ਕਰਕੇ ਹਿਰਦੇ ਵਿੱਚ ਵਸਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਤਾ ਪੁੱਛਿਆ, ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਘੋੜੇ ਦੀਆਂ ਲਗਾਮਾਂ ਪਕੜਾ। ਬੜੀ ਵੱਡੀ ਸਿੱਖਿਆ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਤੱਕ ਉਹੀ ਪਹੁੰਚ ਸਕਦਾ ਹੈ ਜਿਹੜਾ ਆਪਣੇ ਮਨ ਰੂਪੀ ਘੋੜੇ ਦੀਆਂ ਲਗਾਮਾਂ ਸਤਿਗੁਰੂ ਨੂੰ ਪਕੜਾ ਦਿੰਦਾ ਹੈ, ਜਿਹੜਾ ਮਨ ਗੁਰੂ ਦੇ ਚਰਨਾਂ ਵਿੱਚ ਵੇਚ ਦਿੰਦਾ। ਹੁਣ ਵੇਖੋ, ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਅੰਗ ਦੇ ਨਾਲ ਲਾਇਆ ਤੇ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਉਜਾਗਰ ਕੀਤਾ। ਪਰ ਸਿੱਖਾਂ ਦੀ ਭਾਵਨਾ ਕਿੱਡੀ ਵੱਡੀ ਹੈ ਕਿ ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਲੱਗਾ ਤੇ ਗੁਰੂ ਅੰਗਦ ਸਾਹਿਬ ਚੋਂ ਭਾਈ ਲਹਿਣੇ ਨੂੰ ਨਹੀਂ ਵੇਖਿਆ ਬਲਕਿ ਗੁਰੂ ਨਾਨਕ ਦੀ ਜੋਤ ਦੇ ਦਰਸ਼ਨ ਕੀਤੇ। ਤੇ ਜੇ ਅੱਜ ਦੇ ਦਿਨ 12 ਸਾਲ ਦੀ ਕਠਨ ਤਪੱਸਿਆ ਸੇਵਾ ਤੋਂ ਬਾਅਦ ਧੰਨ ਬਾਬਾ ਅਮਰਦਾਸ ਜੀ ਜਦੋਂ ਖਾਲਸਾ ਜੀ ਗੁਰੂ ਸਾਹਿਬ ਤਰੁੱਠੇ, ਸਤਿਗੁਰੂ ਦੇ ਘਰ ਦਾ ਛਤਰ ਸੀਸ ਤੇ ਝੁਲਣ ਲੱਗਾ ਨਾ, ਵੇਖੋ ਕਿੰਨੀ ਵੱਡੀ ਨਿਮਰਤਾ ਗੁਰੂ ਅਮਰਦਾਸ ਜੀ ਦੇ ਅੰਦਰ ਹੈ। ਕਹਿੰਦੇ ਅਮਰਦਾਸ ਜੀ ਸੀਸ ਚਰਨਾਂ ਪਰ ਧਰਿਆ ਜੀ, ਮੈਂ ਹਾਂ ਟਹਿਲੀਆਂ ਦਾਸ ਚਰਨਾਂ ਪਰ ਪਰਿਆ। ਕਹਿੰਦੇ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਨਾ ਤੁਹਾਡੇ ਸਿਰ ਤੇ ਗੁਰੂ ਨਾਨਕ ਦੇ ਘਰ ਦਾ ਛਤਰ ਝੱਲੇਗਾ, ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਾਬਾ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਨੂੰ ਗਲਵਕੜੀ ਪਾ ਲਈ। ਕਹਿੰਦੇ ਅਮਰਦਾਸ ਜੀ ਸੀਸ ਚਰਨਾਂ ਪਰ ਧਰਿਆ, ਆਪਣਾ ਸਿਰ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਧਰ ਕੇ ਕਿਹਾ ਮਹਾਰਾਜ ਜੀ ਮੈਂ ਹਾਂ ਟਹਿਲੀਆ, ਸਿਰ ਚਰਨਾਂ ਪਰ ਪਰਿਆ, ਮੈਂ ਤੁਹਾਡੇ ਘਰ ਦਾ ਦਾਸ ਹਾਂ, ਸੇਵਕ ਹਾਂ, ਮੇਰਾ ਸਿਰ ਤੁਹਾਡੇ ਕਦਮਾਂ ਤੇ ਹੈ। ਨਹੀਂ ਸੇ ਮੰਨਦੇ ਗੁਰੂ ਅੰਗਦ ਜੀ ਮਨਾਏ, ਮੰਨਦੇ ਨਹੀਂ। ਗੁਰੂ ਗੱਦੀ ਦੇ ਉੱਤੇ ਸੁਭਾਇਮਾਨ ਹੋਣ ਲਈ, ਗੁਰੂ ਨਾਨਕ ਦੇ ਤਖਤ ਦੇ ਤੀਸਰੇ ਵਾਰਸ ਬਣਨ ਲਈ ਭਾਵੇਂ ਜੋ ਤੇ ਕਹਿ, ਪਰ ਸਾਨੂੰ ਸਿਖਾ ਰਹੇ ਨੇ ਵੀ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ, ਇਹ ਕੀ ਦਾਤ ਹੈ। ਜੇ ਗੁਰੂ ਘਰ ਦੇ ਵਿੱਚ ਸੇਵਾ ਤੋਂ ਬਾਅਦ ਵਡਿਆਈ ਮਿਲੇ ਤੇ ਸਾਡਾ ਮਨ ਕਿੰਨਾ ਕੇ ਨੀਵਾਂ ਹੋਵੇ। ਮੰਨ ਨਹੀਂ ਰਹੇ ਤੇ ਕਹਿੰਦੇ ਨਹੀਂ ਸੀ ਮੰਨਦੇ ਗੁਰ ਅੰਗਦ ਜੀ ਮਨਾਏ, ਪੰਡ ਗੁਰਿਆਈ ਦੀ ਗੁਰੂ ਅਮਰਦਾਸ ਜੀ ਸਿਰ ਤੇ ਧਰਾਏ। ਕਹਿੰਦੇ ਜਿਹੜੇ ਗੁਰਿਆਈ ਦੀ ਪੰਡ ਸੀ ਨਾ, ਅੱਜ ਖਾਲਸਾ ਜੀ ਧੰਨ ਗੁਰੂ ਅਮਰਦਾਸ ਜੀ ਦੇ ਸਿਰ ਦੇ ਉੱਤੇ ਧਰ ਦਿੱਤੀ। ਤੇ ਫਿਰ ਬਚਨ ਕੀਤੇ, ਤੁਮ ਹੋ ਨਿਥਾਵਨ ਕੋ ਥਾਨ, ਕਰਹੋ ਨਿਮਾਨਨ ਕੋ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਕੇ ਆਸਰਾ, ਨਿਧਰਿਆਂ ਦੀ ਧਰ, ਨਿਧੀਰਨ ਕੀ ਧੀਰ, ਪੀਰਾਂ ਨੇ ਪੀਰ, ਦਿਆਲ ਗਈ ਬਹੋੜ, ਸਭ ਜਗਤ ਬੰਦੀ ਛੋੜ, ਭੜਨ ਭੰਨਣ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਗੁਰੂ ਨਾਨਕ ਦੇ ਘਰ ਦੇ ਵਿੱਚੋਂ ਦਰਗਾਹੀ ਬਚਨ ਹੋਇਆ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਮ ਹੋ ਨਿਥਾਵਨ ਕੋ ਥਾਨ। ਦੁਨੀਆ ਵਿੱਚ ਜਿਹਨੂੰ ਥਾਂ ਨਾ ਮਿਲੇ ਉਹ ਗੁਰੂ ਅਮਰਦਾਸ ਜੀ ਦਾ ਨਾਮ ਰਸਨਾ ਤੋਂ ਲਵੇ। ਅੱਜ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤਖਤ ਤੇ ਬੈਠ ਕੇ ਬਾਹਾਂ ਖਿਲਾਰ ਕੇ ਸਿੱਖ ਨੂੰ ਕਹਿਣਗੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਅੱਜ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਨੂੰ ਪਿਆਰੇ ਕਹਿ ਕਰਕੇ ਆਵਾਜ਼ ਲਾਉਣਗੇ। ਤੁਮ ਹੋ ਨਿਥਾਵਨ ਕੋ ਥਾਨ, ਕਰਹੋ ਨਿਮਾਨਨ ਕੋ ਮਾਨ। ਜਿਹਨੂੰ ਦੁਨੀਆ ਦੇ ਵਿੱਚ ਮਾਣ ਨਹੀਂ, ਜਿਹੜੇ ਨਿਮਾਣੇ ਨੇ, ਕਹਿੰਦੇ ਗੁਰੂ ਅਮਰਦਾਸ ਦਾ ਨਾਮ ਲਿਆ, ਦੁਨੀਆ ਦੇ ਵਿੱਚ ਉਹ ਮਾਣ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਕਦੇ ਕੋਈ ਖੋ ਨਹੀਂ ਸਕਦਾ। ਨਿਓਟਿਆਂ ਕੀ ਓਟ, ਨਿਆਸਰਿਆਂ ਕੇ ਆਸਰਾ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਰ, ਨਿਧੀਰਨ ਕੀ ਧੀਰ। ਜਿਨ੍ਹਾਂ ਨੂੰ ਦੁਨੀਆ ਤੇ ਧੀਰਜ ਨਹੀਂ ਮਿਲ ਰਿਹਾ, ਉਹ ਗੁਰੂ ਅਮਰਦਾਸ ਜੀ ਦਾ ਨਾਮ ਲੈਣ ਮਨ ਦੀ ਬੇਚੈਨੀ ਦੂਰ ਹੋ ਜਾਂਦੀ ਹੈ। ਪੀਰਾਂ ਨੇ ਪੀਰ, ਦੁਨੀਆ ਤੇ ਪੀਰ ਬੜੇ ਨੇ, ਪਰ ਕੋਈ ਵੀ ਪੀਰ ਗੁਰੂ ਅਮਰਦਾਸ ਦੀ ਬਰਾਬਰੀ ਨਹੀਂ ਕਰ ਸਕਦਾ। ਪੀਰਾਂ ਨੇ ਪੀਰ,
ਹੁਣ ਵੇਖੋ ਗੁਰੂ ਹਰਗੋਬਿੰਦ ਸਾਹਿਬ ਨੇ ਬੰਦੀ ਛੋੜ ਸਤਿਗੁਰੂ ਬਾਅਦ ਵਿੱਚ ਕਹਿਲਾਉਣਾ ਹੈ 6ਵੇਂ ਜਾਮੇ ਵਿੱਚ, ਪਰ ਤੀਸਰੇ ਜਾਮੇ ਵਿੱਚ ਪਹਿਲਾਂ ਹੀ ਬਚਨ ਹੋ ਗਏ, ਦਿਆਲ ਗਹੀ ਬਹੋੜ ਸਭ ਜਗਤ ਬੰਦੀ ਛੋੜ। ਖਾਲਸਾ ਜੀ ਇਹ ਸਤਿਗੁਰੂ ਤੇ ਏਡਾ ਦਿਆਲੂ ਹੈ, ਜੇ 52 ਰਾਜੇ ਇਸ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕਦੇ ਨੇ, ਇਹ 52 ਰਾਜਿਆਂ ਦੀ ਬੰਦ ਖਲਾਸੀ ਕਰਾਉਂਦਾ ਹੈ। ਸਤਿਗੁਰੂ ਕਹਿੰਦੇ ਸਿੱਖਾ, ਇਹ ਗੁਰੂ ਕੇਵਲ 52 ਰਾਜਿਆਂ ਦੀ ਨਹੀਂ, ਸਾਰੀ ਦੁਨੀਆ ਵੀ ਇਹ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕੇ, ਸਭ ਜਗਤ ਬੰਦੀ ਛੋੜ, ਇਹ ਸਾਰੀ ਦੁਨੀਆ ਦੀ ਬੰਦ ਖਲਾਸੀ ਕਰਾ ਸਕਦਾ ਹੈ। ਇਹ ਤਾਕਤ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਮ 'ਚ। ਤੇ ਖਾਲਸਾ ਜੀ ਭੰਨਣ ਘੜਨ ਸਮਰੱਥ ਸਾਡੇ ਦੁੱਖਾਂ ਨੂੰ ਜੇ ਕੋਈ ਭੰਨ ਸਕਦਾ ਹੈ ਤੇ ਸੱਚ ਹੈ ਗੁਰੂ ਦਾ ਬਚਨ ਭੰਨ ਸਕਦਾ ਹੈ, ਕੋਈ ਦੂਸਰਾ ਨਹੀਂ। ਕੋਈ ਗੁਰੂ ਸ਼ਬਦ ਨੂੰ ਕਮਾਵੇ ਤੇ ਉਹਦੇ ਦੁੱਖਾਂ ਨੂੰ ਸਤਿਗੁਰੂ ਭੰਨ ਕੇ ਖਤਮ ਕਰ ਦਿੰਦੇ ਨੇ। ਤੇ ਸਭ ਜੀਵ ਕਾ ਜਿਸ ਹੱਥ, ਇਹ ਗੁਰੂ ਅੰਗਦ ਸਾਹਿਬ ਨੇ ਬਚਨ ਕੀਤੇ, ਸਭ ਜੀਵ ਕਾ ਜਿਸ ਹੱਥ, ਸੰਸਾਰ ਦੀਆਂ ਸਾਰੀਆਂ ਬਰਕਤਾਂ ਸਾਰੀਆਂ ਪੂੰਜੀਆਂ ਉਹ ਸਾਰਾ ਕੁਝ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹੱਥ ਦੇ ਵਿੱਚ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਜਿਹੜਾ ਵੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦਾ ਹੈ, ਸਤਿਗੁਰੂ ਤੇ ਉਡੀਕ ਕਰ ਰਿਹਾ ਹੈ। ਖਾਲਸਾ ਜੀ ਸਤਿਗੁਰੂ ਤੇ ਉਡੀਕਾਂ ਕਰਦੇ ਨੇ। ਮੈਂ ਬੇਨਤੀ ਕਰਾਂ, ਜਦੋਂ ਘਰ ਤੋਂ ਗੁਰੂ ਘਰ ਲਈ ਚੱਲਦੇ ਆ ਨਾ, ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਵਾਰ ਜਪਜੀ ਸਾਹਿਬ ਦਾ ਪਾਠ ਕਰਕੇ, ਗੁਰੂ ਨੂੰ ਚੇਤੇ ਕਰਕੇ, ਭਾਵਨਾ ਬਣਾ ਕਰਕੇ ਗੁਰੂ ਘਰ ਲਈ ਚੱਲਿਓ ਤੇ ਖੁਦ ਅਨੁਭਵ ਕਰੋਗੇ, ਜਿਹੜੀ ਮੰਗ ਲੈ ਕੇ ਗੁਰੂ ਘਰ ਵਾਸਤੇ ਚੱਲੋਗੇ ਨਾ, ਜਿੱਦਣ ਭਾਵਨਾ ਨਾਲ ਘਰ ਤੋਂ ਹੀ ਭਾਵਨਾ ਬਣਾ ਲਈ, ਤੁਹਾਡੇ ਗੁਰੂ ਘਰ ਪਹੁੰਚਣ ਤੋਂ ਪਹਿਲਾਂ ਹੀ ਸਤਿਗੁਰੂ ਤੁਹਾਡੀ ਝੋਲੀ ਵਿੱਚ ਦਾਤ ਪਾ ਦੇਣਗੇ, ਤੁਹਾਡੇ ਉੱਤੇ ਰਹਿਮਤਾਂ ਬਖਸ਼ਿਸ਼ਾਂ ਵਰਤਾ ਦੇਣਗੇ। ਪਰ ਉਦਣ ਜਿੱਦਣ ਸਾਡੇ ਅੰਦਰ ਵੀ ਭਾਵਨਾ ਉਹ ਹੋ ਗਈ, ਜਿਹੜੀ ਭਾਵਨਾ ਬਾਬਾ ਅਮਰਦਾਸ ਜੀ ਵਿੱਚ ਸੀ, ਤੇ 12 ਸਾਲ ਲਗਾਤਾਰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਰਹਿ ਕਰਕੇ ਸੇਵਾ ਕੀਤੀ। ਤੇ ਖਾਲਸਾ ਜੀ ਇਹੀ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਨੂੰ ਦਿੱਤਾ। ਜਦੋਂ ਭਾਈ ਖਾਨੂ ਤੇ ਭਾਈ ਤਾਰੂ ਜੀ ਦੋ ਸਿੱਖ ਹੋਏ, ਕਹਿੰਦੇ ਭਾਈ ਖਾਨੂ ਤੇ ਭਾਈ ਤਾਰੂ ਜੀ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਦੇ ਨੇ, ਪਾਤਸ਼ਾਹ ਗੁਰੂ ਨਾਨਕ ਦੀ ਰਹਿਮਤ, ਗੁਰੂ ਨਾਨਕ ਦੀ ਨਦਰ ਕਿਵੇਂ ਵਰਤੇਗੀ? ਕਿਉਂਕਿ ਗੁਰੂ ਘਰ ਦੇ ਵਿੱਚ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਮਿਲ ਜਾਂਦੀ ਹੈ, ਨਦਰ ਮਿਲ ਜਾਂਦੀ ਹੈ। ਖਾਲਸਾ ਜੀ ਇਸ ਘਰ ਦੇ ਵਿੱਚ ਨਦਰ ਤੋਂ ਵੱਡੀ ਕੋਈ ਦਾਤ ਨਹੀਂ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਹਨੂੰ ਨਦਰ ਮਿਲ ਜਾਂਦੀ ਹੈ ਗੁਰੂ ਨਾਨਕ ਦੀ, ਉਹ ਨਿਹਾਲ ਹੋ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਨਦਰ ਰੀਠਿਆਂ ਨੂੰ ਮਿਲ ਗਈ, ਉਹ ਮਿੱਠੇ ਹੋ ਗਏ। ਗੁਰੂ ਨਾਨਕ ਸਾਹਿਬ ਦੀ ਨਦਰ ਕੋਡੇ ਰਾਕਸ਼ ਨੂੰ ਮਿਲ ਗਈ, ਉਹ ਦੇਵਤਾ ਹੋ ਗਿਆ। ਗੁਰੂ ਨਾਨਕ ਸਾਹਿਬ ਦੀ ਨਦਰ 7 ਸਾਲ ਦੇ ਬੱਚੇ ਨੂੰ ਮਿਲ ਗਈ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੋ ਗਏ। ਗੁਰੂ ਨਾਨਕ ਸਾਹਿਬ ਦੀ ਨਦਰ ਭਾਈ ਲਹਿਣੇ ਨੂੰ ਮਿਲ ਗਈ। ਖਾਲਸਾ ਜੀ ਉਹ ਗੁਰੂ ਅੰਗਦ ਸਾਹਿਬ ਹੋ ਗਏ। ਸੱਚ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਦੀ ਨਦਰ ਮਿਲ ਜਾਂਦੀ ਹੈ, ਇਸ ਨਦਰ ਦੇ ਵਿੱਚ ਤਾਕਤ ਹੈ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਇਹ ਬੰਦਿਆਂ ਤੋਂ ਰੱਬ ਬਣਾ ਦਿੰਦੀ ਹੈ, ਦੇਵਤਾ ਬਣਾ ਦਿੰਦੀ ਹੈ। ਭਾਈ ਖਾਨੂ ਤੇ ਭਾਈ ਤਾਰੂ ਜੀ ਪੁੱਛਦੇ ਨੇ, ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਦਰ ਕਿਵੇਂ ਮਿਲੇ, ਅੰਮ੍ਰਿਤ ਦ੍ਰਿਸ਼ਟੀ ਕਿਵੇਂ ਮਿਲੇ? ਸਾਡੇ ਤੇ ਗੁਰੂ ਨਾਨਕ ਸਾਹਿਬ ਦੀ ਨਿਗਾਹ ਪੈ ਜਾਵੇ ਕਿਵੇਂ ਹੋਵੇਗਾ? ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 2 ਬਚਨ ਕਹੇ। ਕਹਿੰਦੇ ਗੁਰਸਿੱਖੋ, 2 ਬਚਨਾਂ ਨੂੰ ਕਦੇ ਵੀ ਆਪਣੇ ਜੀਵਨ ਦੇ ਵਿੱਚ ਖੰਜਾਣਾ ਨਾ, ਦੂਰ ਨਾ ਕਰਨਾ। ਸਭ ਤੋਂ ਪਹਿਲਾ ਬਚਨ ਤੇ ਇਹ ਕਹਿੰਦੇ, ਜੇ ਗੁਰੂ ਨਾਨਕ ਦੀ ਨਿਗਾਹ ਚਾਹੀਦੀ ਹੈ, ਗੁਰੂ ਨਾਨਕ ਦੀ ਰਹਿਮਤ ਚਾਹੀਦੀ ਹੈ, ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਗੱਜ ਗੱਜ ਕੇ ਪਾਠ ਕਰੋ, ਗੱਜ ਕੇ ਅਭਿਆਸ ਕਰੋ। ਕਿਉਂਕਿ ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਦਾ ਅਭਿਆਸ ਹੈ, ਸਤਿਗੁਰਾਂ ਦੀ ਬਾਣੀ ਦਾ ਅਭਿਆਸ ਹੈ, ਇਹ ਸੱਚ ਹੈ ਵੀ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਸ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਖੁਦ ਚੌਂਕੜਾ ਲਾ ਕਰਕੇ ਬੈਠੇ ਹੋਏ ਨੇ।
ਤੇ ਦੂਸਰਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਖਾਨੂ ਤੇ ਭਾਈ ਤਾਰੂ ਜੀ ਨੂੰ ਬਚਨ ਕੀਤਾ, ਕਹਿੰਦੇ ਚੂਕੈ ਸਮੈ ਅਥਿਤ ਜੋ ਆਵੈ, ਕਰ ਭਾਉ ਭਗਤ ਤਿਸ ਭੋਗ ਪੁਗਾਵੈ। ਕਹਿੰਦੇ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਇੱਕ ਤਾਂ ਸੇਵਾ ਹੁੰਦੀ ਹੈ ਸਮੇਂ ਮੁਤਾਬਕ, ਕਿ ਆਪਾਂ ਜਦੋਂ ਸਮਾਂ ਮਿਲਿਆ, ਵੇਲ ਮਿਲੀ, ਕੋਈ ਸਿੱਖ ਮਿਲਿਆ, ਕੋਈ ਰੱਬ ਦਾ ਪਿਆਰਾ ਮਿਲਿਆ, ਉਹਦੀ ਸੇਵਾ ਕਰ ਲਈ। ਪਰ ਸਤਿਗੁਰੂ ਗੁਰੂ ਅਮਰਦਾਸ ਜੀ ਆਂਦੇ ਵੀ ਸਿੱਖਾਂ ਦੀ ਸੇਵਾ ਲਈ ਐਸਾ ਪਿਆਰ ਹੋਵੇ, ਪ੍ਰੇਮ ਹੋਵੇ ਵੀ ਜੇ ਚੂਕੈ ਸਮੇਂ, ਭਾਵ ਅੱਧੀ ਰਾਤ ਨੂੰ ਵੀ ਆ ਕਰਕੇ ਤੇਰਾ ਬੂਹਾ ਖੜਕਾਵੇ, ਮੱਥੇ ਤੇ ਸ਼ਿਕਣ ਨਾ ਲਿਆਵੀਂ, ਸ਼ਿਕਵਾ ਨਾ ਕਰੀ, ਬਲਕਿ ਗੁਰੂ ਨਾਨਕ ਦਾ ਰੂਪ ਜਾਣ ਕਰਕੇ ਉਹਨੂੰ ਪ੍ਰਸ਼ਾਦਾ ਛਕਾਵੀਂ, ਉਹਦੀ ਲੋੜ ਪੂਰੀ ਕਰੀ। ਜਿਹੜਾ ਇਹ ਬਚਨ ਕਮਾਉਂਦਾ ਹੈ, ਅੱਧੀ ਰਾਤ ਨੂੰ ਵੀ ਗੁਰਸਿੱਖਾਂ ਦੀ ਸੇਵਾ ਵਾਸਤੇ ਤਿਆਰ ਰਹਿੰਦਾ ਹੈ, ਗੁਰੂ ਅਮਰਦਾਸ ਜੀ ਕਹਿੰਦੇ ਉਹਦੇ ਘਰ ਤੇ ਗੁਰੂ ਨਾਨਕ ਦੀ ਨਿਗਾਹ ਜ਼ਰੂਰ ਵਰਤਦੀ ਹੈ। ਕਿਉਂਕਿ ਸੇਵਾ ਤੇ ਸਿਮਰਨ ਇਹ ਦੋ ਖੰਭ ਨੇ ਅਧਿਆਤਮਕ ਮਾਰਗ ਤੇ ਚੱਲਣ ਲਈ। ਤੇ ਸਤਿਗੁਰੂ ਕਹਿੰਦੇ ਜਿਹਦੇ ਕੋਲ ਸੇਵਾ ਹੈ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸਮਲ ਭੰਨੇ। ਕਹਿੰਦੇ ਜਦੋਂ ਸੇਵਾ ਦੇ ਨਾਲ ਸਤਿਗੁਰੂ ਦਾ ਮਨ ਮੰਨ ਜਾਂਦਾ ਹੈ, ਖਾਲਸਾ ਜੀ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਤੇ ਸਤਿਗੁਰੂ ਦੀ ਰਹਿਮਤ ਦੇ ਨਾਲ ਜੀਵਨ ਦੇ ਸਾਰੇ ਪਾਪ, ਸਾਰੇ ਮਾੜੇ ਕਰਮ ਉਹ ਧੁੱਪ ਜਾਂਦੇ ਨੇ, ਸੜ ਕੇ ਸਵਾਹ ਹੋ ਜਾਂਦੇ ਨੇ, ਜੇ ਗੁਰੂ ਕਾ ਸਿੱਖ ਸੇਵਾ ਤੇ ਸਿਮਰਨ ਨੂੰ ਗਲਬਕੜੀ ਪਾ ਕੇ ਰੱਖਦਾ। ਇਸੇ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12 ਸਾਲ ਲਗਾਤਾਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰ ਤੇ ਰਹਿ ਕੇ ਸੇਵਾ ਕੀਤੀ। ਤੇ ਇੱਕ ਹੋਰ ਬਚਨ ਕਿ ਵੇਖੋ, ਆਪਾਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਰਿਸ਼ਤੇਦਾਰੀ ਵੀ ਸੀ, ਸੰਸਾਰਕ ਤੌਰ ਦੇ ਉੱਤੇ ਕੁੜਮਾਚਾਰੀ ਵੀ ਸੀ। ਪਰ ਵੇਖੋ ਵੀ ਜਦੋਂ ਧੰਨ ਬਾਬਾ ਅਮਰਦਾਸ ਜੀ, ਉਹਨਾਂ ਨੂੰ ਵੈਰਾਗ ਲੱਗਦਾ ਹੈ, ਕਿਉਂਕਿ ਤੀਰਥਾਂ ਤੇ ਜਾਂਦੇ ਨੇ, ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦੇ ਨੇ ਤੇ ਲੋਕਾਂ ਨੂੰ ਵੀ ਕਰਾਉਂਦੇ ਨੇ। ਪਰ ਕਹਿੰਦੇ ਇੱਕ ਦਿਨ ਘਰ ਦੇ ਵਿੱਚ ਇੱਕ ਉਦਾਸੀ ਸਾਧੂ ਆਇਆ। ਉਦਾਸੀ ਸਾਧੂ ਨੇ ਬਾਬਾ ਅਮਰਦਾਸ ਜੀ ਤੋਂ ਜਲ ਮੰਗਿਆ, ਜਲ ਲੈ ਕਰਕੇ ਆਏ। ਉਸ ਉਦਾਸੀ ਸਾਧੂ ਨੇ ਕਿਹਾ, ਤੁਹਾਡਾ ਸੁਭਾਵ ਧਰਮੀਆਂ ਵਾਲਾ ਹੈ, ਤੁਹਾਡਾ ਗੁਰੂ ਕੌਣ ਹੈ? ਤੇ ਬਾਬਾ ਅਮਰਦਾਸ ਜੀ ਨੇ ਕਿਹਾ, ਮੈਂ ਹਲੇ ਗੁਰੂ ਨਹੀਂ ਧਾਰਿਆ। ਉਸ ਉਦਾਸੀ ਸਾਧੂ ਨੇ ਪਾਣੀ ਜਲ ਨਹੀਂ ਛਕਿਆ। ਕਹਿੰਦੇ ਇੰਨੀ ਉਮਰ ਅਜਾਈਂ ਗਵਾ ਦਿੱਤੀ, ਹਜੇ ਤੱਕ ਗੁਰੂ ਨਹੀਂ ਧਾਰਨ ਕੀਤਾ, ਤੇਰੀ ਉਮਰ ਵਿਅਰਥ ਚਲੀ ਗਈ। ਜੇ ਗੁਰੂ ਨਹੀਂ ਲੱਭਿਆ, ਗੁਰੂ ਨੂੰ ਨਹੀਂ ਧਾਰਨ ਕੀਤਾ। ਤੇ ਬਾਬਾ ਅਮਰਦਾਸ ਜੀ ਨੂੰ ਉਹ ਬੋਲ ਅਣਿਆਲੇ ਤੀਰ ਦੀ ਤਰ੍ਹਾਂ ਵੱਜੇ। ਕਹਿੰਦੇ ਰਾਤ ਹੋ ਗਈ। ਬਾਬਾ ਅਮਰਦਾਸ ਜੀ ਉਹ ਆਰਾਮ ਨਹੀਂ ਕਰਦੇ, ਵਿਰਾਗ ਵਿੱਚ ਨੇ ਕਿ ਇੰਨੀ ਉਮਰ ਅਜਾਈਂ ਗਵਾ ਦਿੱਤੀ, ਹਲੇ ਤੱਕ ਗੁਰੂ ਨਾਲ ਮਿਲਾਪ ਨਹੀਂ। ਤੇ ਖਾਲਸਾ ਜੀ ਉਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਭਤੀਜੇ ਦੇ ਘਰ, ਜੋ ਕਿ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਜੀ ਦਾ ਵਿਆਹ ਹੋਇਆ। ਕਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਹੋ ਚੁੱਕਿਆ। ਮਹਾਰਾਜ ਆਪਣੇ ਬਰਾਂਡੇ ਦੇ ਵਿੱਚ ਕੰਧ ਦਾ ਓਹਲਾ ਲੈ ਕਰਕੇ ਸਤਿਗੁਰੂ ਇਹੀ ਸੋਚ ਰਹੇ ਵੀ ਇੰਨੀ ਉਮਰ ਅਜਾਈਂ ਗਵਾ ਦਿੱਤੀ, ਪਰ ਗੁਰੂ ਦਾ ਮਿਲਾਪ ਨਹੀਂ ਹੋਇਆ। ਤੇ ਕਹਿੰਦੇ ਉਸ ਵਕਤ ਬੀਬੀ ਅਮਰੋ ਜੀ ਸ਼ਬਦ ਪੜਨ ਲੱਗ ਪਏ, ਨਾਲੇ ਮਧਾਣੀ ਰਿੜਕਦੇ ਤੇ ਨਾਲੇ ਸ਼ਬਦ ਪੜਨ ਲੱਗ ਪਏ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਭਏ, ਜਿਉਂ ਜੋ ਕਿਰਤ ਚਲਾਏ ਤਿਉਂ ਚਲੀਐ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਪੜਿਆ, ਕਿਉਂਕਿ ਪੁਰਾਣੇ ਸਮੇਂ ਦੇ ਨਿਯਮ ਸਨ। ਮਾਤਾਵਾਂ, ਬੀਬੀਆਂ, ਭੈਣਾਂ ਘਰ ਦੇ ਵਿੱਚ ਪ੍ਰਸ਼ਾਦਾ ਬਣਾਉਣ ਵੇਲੇ ਜਾਂ ਘਰ ਦੇ ਕੰਮ ਕਰਨ ਵੇਲੇ ਆਪਣੀ ਰਸਨਾ ਤੋਂ ਕੋਈ ਨਾ ਕੋਈ ਸ਼ਬਦ ਪੜ੍ਹਦੇ ਹੀ ਰਹਿੰਦੇ ਸਨ, ਕਿਉਂਕਿ ਪੜ੍ਹੇ ਹੋਏ ਸ਼ਬਦ ਦਾ ਅਸਰ ਉਹ ਖਾਣੇ ਤੇ ਜਾਂਦਾ ਹੈ, ਪ੍ਰਸ਼ਾਦੇ ਤੇ ਜਾਂਦਾ ਹੈ। ਤੇ ਜੇ ਘਰ ਦੇ ਵਿੱਚ ਮਾਤਾਵਾਂ, ਭੈਣਾਂ ਸ਼ਬਦ ਪੜ੍ਹਦੇ ਪੜ੍ਹਦੇ ਘਰ ਦੇ ਕੰਮ ਕਰਦੀਆਂ, ਸੱਚੀ ਗੱਲ ਹੈ, ਪੜ੍ਹੀ ਹੋਈ ਬਾਣੀ ਦਾ ਅਸਰ ਸਾਰੇ ਘਰ ਤੇ ਵੀ ਰਹਿੰਦਾ ਹੈ। ਪਰ ਅੱਜ ਕੱਲ ਆਪਾਂ ਵੇਖਦੇ ਵੀ ਪ੍ਰਸ਼ਾਦਾ ਬਣਾਉਣ ਵੇਲੇ ਦੁਨੀਆ ਦੇ ਰੰਗ ਤਮਾਸ਼ੀ ਵੇਖੀ ਜਾਂਦੇ।
ਤੇ ਫਿਰ ਕਹਿੰਦੇ ਘਰ ਦੇ ਵਿੱਚ ਸੁੱਖ ਨਹੀਂ, ਘਰ ਦੇ ਵਿੱਚ ਟਿਕਾ ਨਹੀਂ। ਕਿਉਂ? ਕਿਉਂਕਿ ਬਾਣੀ ਦਾ ਅਭਿਆਸ ਘਟ ਰਿਹਾ। ਜਦੋਂ ਇਹ ਸ਼ਬਦ ਪੜ੍ਹ ਰਹੇ ਸੀ ਨਾ ਬੀਬੀ ਜੀ, ਕਹਿੰਦੇ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਸ਼ਬਦ ਪਿਆ ਤੇ ਕਹਿੰਦੇ ਮਨ ਦੀ ਬੇਚੈਨੀ ਦੂਰ ਹੋ ਗਈ, ਬੜਾ ਆਨੰਦ ਆਇਆ। ਕਿਉਂਕਿ ਉਹ ਵੀ ਬਾਣੀ ਗਾ ਗਾ ਕੇ ਪੜ੍ਹ ਰਹੇ ਸੀ। ਖਾਲਸਾ ਜੀ, ਬਾਬਾ ਜੀ ਦੀ ਬਾਣੀ ਇੰਨੀ ਕਿ ਮਿੱਠੀ ਹੈ ਵੀ ਜੇ ਕੋਈ ਪਿਆਰ ਨਾਲ ਗਾਉਂਦਾ ਹੈ ਤੇ ਫਿਰ ਉਸ ਗਾਈ ਹੋਈ ਬਾਣੀ ਨੂੰ ਸੁਣਦਾ ਹੈ। ਸੱਚ ਹੈ, ਬਾਬਾ ਜੀ ਦੀ ਬਾਣੀ ਸਾਡੇ ਮਨ ਤੇ ਅਸਰ ਕਰਦੀ ਜ਼ਰੂਰ ਹੈ, ਬਸ ਸਾਡੇ ਸੁਣਨ ਵਿੱਚ ਦੇਰੀ ਹੈ। ਸਤਿਗੁਰੂ ਕਹਿੰਦੇ ਜਦੋਂ ਸੁਣ ਲਈ ਫਿਰ ਸੁਣਿਆ ਦੁਖ ਪਾਪ ਕਾ ਨਾਸ। ਖਾਲਸਾ ਜੀ, ਸ਼ਬਦ ਸੁਣਿਆ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਭਏ। ਕਹਿੰਦੇ ਸ਼ਬਦ ਸੁਣ ਕੇ ਪੁੱਛਿਆ, ਬੇਟਾ ਇਹ ਕਿਸ ਦਾ ਸ਼ਬਦ, ਕਿਸ ਦੀ ਬਾਣੀ ਗਾ ਰਹੇ? ਉਹਨਾਂ ਨੇ ਕਿਹਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਹੈ। ਉਹਨਾਂ ਨੇ ਕਿਹਾ ਇਹਨੇ ਮੇਰੇ ਅੰਦਰ ਤਾਈਂ ਠੰਡ ਪਹੁੰਚਾਈ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ RAM ਰਾਜੇ, ਜਿਸ ਲਾਗੀ ਪੀਰ ਪਿਰਮ ਕੀ। ਜਿਹਨੂੰ ਖਾਲਸਾ ਜੀ ਅੰਦਰ ਤੱਕ ਤੜਪ ਲੱਗ ਜਾਵੇ ਨਾ ਪ੍ਰਮਾਤਮਾ ਦੇ ਵਿਛੋੜੇ ਦੀ, ਪ੍ਰਮਾਤਮਾ ਦੇ ਦੀਦਾਰਿਆਂ ਦੀ, ਸੋ ਜਾਣਾ ਜਰੀਆ। ਉਹੀ ਫਿਰ ਜਰੀਆ ਲੱਭਦਾ ਰੱਬ ਤੱਕ ਪਹੁੰਚਣ ਦਾ, ਜਿਹਨੂੰ ਅੰਦਰੋਂ ਜਾ ਕਰਕੇ ਖਿੱਚ ਹੋਵੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਘਰ ਆਰਾਮ ਨਹੀਂ ਬਹਿੰਦੇ। ਭਾਈ ਵੀਰ ਸਿੰਘ ਕਹਿੰਦੇ ਜਿਨ੍ਹਾਂ ਨੂੰ ਕਲਗੀਆਂ ਵਾਲੇ ਦਾ ਵਿਛੋੜਾ ਲੱਗਾ ਨਾ, ਉਹ ਫਿਰ ਰਾਤਾਂ ਨੂੰ ਸੌਂਦੇ ਨਹੀਂ। ਉਹ ਜਾਪ ਸਾਹਿਬ ਦਾ ਪਾਠ ਕਰ ਕਰਕੇ, ਚੌਪਈ ਸਾਹਿਬ ਦੇ ਪਾਠ ਕਰ ਕਰਕੇ ਦੁਹਾਈ ਪਾਉਂਦੇ ਆ ਕਲਗੀਆਂ ਵਾਲੇ ਪਾਤਸ਼ਾਹ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ। ਜੀ ਬਾਬਾ ਜੀ, ਤੁਹਾਡੇ ਦਰਸ਼ਨਾਂ ਤੋਂ ਵਾਂਝਿਆਂ, ਕਿਰਪਾ ਕਰੋ ਇੱਕ ਝਲਕ ਦੇ ਦਿਓ ਦਰਸ਼ਨਾਂ ਦੀ। ਖਾਲਸਾ ਜੀ, ਆਪਾਂ ਸਾਰੇ ਗੁਰਸਿੱਖਾਂ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਕਰਦੇ ਆਂ। ਸਾਰਾ ਕੁਝ ਦੁਨੀਆ 'ਚ ਆਪਾਂ ਸਤਿਗੁਰੂ ਤੋਂ ਮੰਗਦੇ ਆਂ। ਮੈਂ ਇੱਕ ਬੇਨਤੀ ਕਰਾਂ, ਇੱਕ ਦਾਤ ਇਹ ਵੀ ਮੰਗਿਆ ਕਰੀਏ ਵੀ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ। ਜੀ ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ। ਇੱਕ ਵਾਰ ਅੰਦਰੋਂ ਭਿੱਜ ਕੇ ਦੁਹਾਈ ਤੇ ਪਾਈਏ। ਬਾਬਾ ਜੀ ਤੇ ਉਡੀਕ ਰਹੇ ਵੀ ਸਿੱਖ ਕਦੋਂ ਆਵਾਜ਼ ਮਾਰੇਗਾ ਤੇ ਮੈਂ ਕਦੋਂ ਜਾ ਕੇ ਗਲਵਕੜੀ ਵਿੱਚ ਲਾਂ। ਕਹਿੰਦੇ ਜਦੋਂ ਵੈਰਾਗ ਲੱਗਾ ਨਾ, ਪੁੱਛਿਆ ਸ਼ਬਦ ਕਿਹਦਾ? ਉਹਨਾਂ ਨੇ ਦੱਸਿਆ। ਕਹਿੰਦੇ ਮੈਂ ਦੀਦਾਰੇ ਕਰਨੇ। ਉਹਨਾਂ ਕਿਹਾ ਵੀ ਹੁਣ ਤਾਂ ਗੁਰੂ ਅੰਗਦ ਸਾਹਿਬ ਗੁਰਗੱਦੀ ਤੇ ਸੁਭਾਏ ਮਾਏ। ਤੇ ਖਾਲਸਾ ਜੀ ਜਦੋਂ ਫਿਰ ਗਏ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਕੋਲ, ਤੇ ਵੇਖੋ ਗੁਰੂ ਕੋਲ ਜਾਣ ਦੀ ਫਿਰ ਜੁਗਤੀ ਕੀ ਹੈ। ਜਦੋਂ ਬਾਬਾ ਅਮਰਦਾਸ ਜੀ ਜਾ ਰਹੇ ਨੇ, ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੇ ਵੇਖਿਆ ਬਾਬਾ ਅਮਰਦਾਸ ਜੀ ਆ ਰਹੇ ਨੇ। ਸਤਿਗੁਰੂ ਆਪਣੇ ਆਸਣ ਤੋਂ ਖੜੇ ਹੋ ਗਏ। ਮਹਾਰਾਜ ਨੇ ਚਾਦਰ ਦੀ ਬੁੱਕਲ ਮਾਰੀ ਹੋਈ ਸੀ। ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੇ ਬਾਹਾਂ ਖਿਲਾਰ ਕੇ ਬਾਬਾ ਅਮਰਦਾਸ ਜੀ ਨੂੰ ਗਲਵਕੜੀ ਵਿੱਚ ਲੈਣਾ ਚਾਹਿਆ, ਕਿਉਂਕਿ ਰਿਸ਼ਤੇਦਾਰੀ ਵੀ ਹੈ, ਕੁੜਮਾਚਾਰੀ ਵੀ ਹੈ। ਪਰ ਕਹਿੰਦੇ ਬਾਬਾ ਅਮਰਦਾਸ ਜੀ ਨੇ ਜਾ ਕੇ ਜੱਫੀ ਨਹੀਂ ਪਾਈ, ਬਲਕਿ ਜਾ ਕੇ ਚਰਨਾਂ ਤੇ ਸਿਰ ਧਰ ਦਿੱਤਾ। ਕਹਿੰਦੇ ਮਹਾਰਾਜ, ਅੱਜ ਰਿਸ਼ਤੇਦਾਰੀ ਤੌਰ ਤੇ, ਕੁੜਮਾਚਾਰੀ ਤੌਰ ਤੇ ਨਹੀਂ, ਅੱਜ ਤੇਰੇ ਦਰ ਦਾ ਸਿੱਖ ਬਣ ਕੇ ਆਇਆ, ਤੇਰੇ ਦਰ ਦਾ ਦਾਸ ਬਣ ਕੇ ਆਇਆ। ਜਿੱਦਣ ਅਸੀਂ ਗੁਰੂ ਨਾਨਕ ਦੇ ਘਰ ਦੇ ਸਿੱਖ ਬਣ ਜਾਂਦੇ ਆ ਨਾ, ਗੁਰੂ ਨਾਨਕ ਦੇ ਘਰ ਦੇ ਦਾਸ ਬਣ ਜਾਂਦੇ ਆ। ਖਾਲਸਾ ਜੀ, ਇਹ ਸੱਚੀ ਗੱਲ ਹੈ। ਇੱਥੇ ਰਿਸ਼ਤਿਆਂ ਕਰਕੇ ਵਡਿਆਈਆਂ ਨਹੀਂ ਮਿਲਦੀਆਂ, ਇੱਥੇ ਅਹੁਦਿਆਂ ਕਰਕੇ ਵਡਿਆਈਆਂ ਨਹੀਂ ਮਿਲਦੀਆਂ। ਇੱਥੇ ਵਡਿਆਈਆਂ ਤਾਂ ਮਿਲਦੀਆਂ ਜਿਹੜਾ ਗੁਰੂ ਨਾਨਕ ਦੇ ਘਰ ਦੀ ਧੂੜੀ ਮੱਥੇ ਨਾਲ ਲਾ ਲੈਂਦਾ, ਜਿਹੜਾ ਗੁਰੂ ਨਾਨਕ ਦੇ ਘਰ ਦਾ ਕੀਟ ਬਣ ਜਾਂਦਾ। ਵੇਖੋ ਕੈਸੀ ਨਿਮਰਤਾ ਗੁਰੂ ਅਮਰਦਾਸ ਜੀ ਨੇ ਸਿਖਾਈ ਵੀ ਜੇ ਗੁਰੂ ਨੂੰ ਮਿਲਣਾ ਇਸ ਤਰ੍ਹਾਂ ਮਿਲੀ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਪੰਥ ਸਾਜਿਆ, ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੂੰ ਭਾਈ ਦਇਆ ਸਿੰਘ ਹੋਣਾ ਨੇ, ਗੁਰਸਿੱਖਾਂ ਨੇ ਕਿਹਾ ਮਹਾਰਾਜ ਪ੍ਰਮਾਤਮਾ ਦੀ ਸਿਫਤ, ਪ੍ਰਮਾਤਮਾ ਦਾ ਨਾਮ ਬੰਦਾ ਕਿਵੇਂ ਲੈ ਸਕਦਾ ਹੈ, ਤੁਸੀਂ ਦੱਸੋ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਕਹਾਂ ਲੱਗਾ ਇਹੋ ਕੀਟ ਬਖਾਨਾ, ਮਹਿਮਾ ਤੋਰ ਤੂੰ ਹੀ ਪ੍ਰਭ ਜਾਣੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਮਾਲਕ ਤੇ ਪਰਮਾਤਮਾ ਦੀ ਵਡਿਆਈ ਕਰਨ ਵੇਲੇ ਕਲਗੀਆਂ ਵਾਲੇ ਸਤਿਗੁਰੂ ਕਹਿੰਦੇ ਸਿੱਖੋ, ਇਹ ਨਿੱਕਾ ਜਿਹਾ ਕੀਟ, ਨਿੱਕਾ ਜਿਹਾ ਕੀੜਾ ਪਰਮਾਤਮਾ ਦੀ ਵਡਿਆਈ ਕਿਵੇਂ ਬਿਆਨ ਕਰ ਸਕਦਾ? ਕਿੰਨੀ ਨਿਮਰਤਾ।
ਅੱਜ ਇੱਕ ਵਾਰ ਸੰਗਤ ਵਿੱਚ ਬੋਲਣਾ ਆ ਜਾਵੇ ਤੇ ਬੰਦਾ ਕਹਿੰਦਾ ਮੇਰੇ ਤੋਂ ਵਧੀਆ ਕਥਾ ਨਹੀਂ ਕੋਈ ਕਰਦਾ, ਮੇਰੇ ਤੋਂ ਵਧੀਆ ਉਪਦੇਸ਼ ਨਹੀਂ ਕੋਈ ਦੇ ਸਕਦਾ। ਪਰ ਕਲਗੀਧਰ ਪਾਤਸ਼ਾਹ ਨੇ ਪੰਥ ਸਾਜਿਆ ਤੇ ਮਹਾਰਾਜ ਕਹਿੰਦੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਮੇਰੀ ਤੁਛ ਬੁੱਧੀ ਵਿੱਚ ਤਾਕਤ ਨਹੀਂ, ਵਰਨ ਸਕੈ ਮਹਿਮਾ ਜੋ ਤਿਹਾਰੀ, ਕਿ ਮੈਂ ਤੁਹਾਡੀ ਮਹਿਮਾ ਬਿਆਨ ਕਰ ਸਕਾਂ। ਹਮ ਨਾ ਸਖਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਰਮਾਤਮਾ ਤੂੰ ਕਿਰਪਾ ਕਰਕੇ ਆਪਣੀ ਕਥਾ ਕਰਵਾ ਲੈ, ਆਪਣੀਆਂ ਸਿਫਤਾਂ ਕਰਵਾ ਲੈ। ਸੋ ਖਾਲਸਾ ਜੀ, ਅੱਜ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਤੇ ਇਹ ਸਿੱਖਿਆ ਜ਼ਰੂਰ ਲਈਏ ਵੀ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੇ ਗੁਰੂ ਅੰਗਦ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਗੁਰੂ ਘਰ ਦੀ ਘਾਲ ਕਮਾਈ, ਸੇਵਾ ਕੀਤੀ, ਟਹਿਲ ਕਮਾਈ। ਸੱਚੇ ਪਾਤਸ਼ਾਹ ਕਿਰਪਾ ਕਰਿਓ, ਸਾਨੂੰ ਵੀ ਉਹ ਦਿਵ ਦ੍ਰਿਸ਼ਟੀ ਦਿਓ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਈਏ ਤੇ ਸਾਨੂੰ ਵੀ ਗੁਰੂ ਨਾਨਕ ਨਜ਼ਰ ਆਉਣ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ ਗੁਰੂ ਨਾਨਕ ਸਾਹਿਬ ਦੀ ਝਲਕ ਪਵੇ ਤੇ ਪਾਤਸ਼ਾਹ ਅਸੀਂ ਵੀ ਆਪਣੀ ਹਸਤੀ ਗਵਾ ਕਰਕੇ, ਆਪਣੀ ਮੈਂ ਮਾਰ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਸਕੀਏ। ਇਸ ਤਰ੍ਹਾਂ ਜਦੋਂ ਬੰਦਾ ਆਪਣੀ ਹਸਤੀ ਖਤਮ ਕਰ ਲੈਂਦਾ ਨਾ, ਭਗਤ ਸਾਹਿਬ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਤੱਕ ਮੈਂ ਹਾਂ ਉਦੋਂ ਤੱਕ ਤੂੰ ਪਰਮਾਤਮਾ ਨਹੀਂ ਆ ਸਕਦਾ। ਤੇ ਕਹਿੰਦੇ ਜਦੋਂ ਪਰਮਾਤਮਾ ਆ ਜਾਂਦਾ ਮੈਂ ਨਹੀਂ ਰਹਿੰਦਾ, ਫਿਰ ਦੁਨੀਆ ਦੇ ਸਾਰੇ ਬੰਦਿਆਂ ਚੋਂ ਪਰਮਾਤਮਾ ਹੀ ਨਜ਼ਰ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋ ਅੱਜ ਦੇ ਦਿਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਸੀਸ ਦੇ ਉੱਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਦੇ ਘਰ ਦਾ ਨਿਹਚਲ ਛਤਰ ਝੁਲਵਾ ਦਿੱਤਾ ਤੇ ਬਚਨ ਕੀਤੇ, ਉਹ ਬਚਨ ਆਪਾਂ ਸਾਰੇ ਦੁਬਾਰਾ ਦੁਹਰਾਈਏ। ਤੁਮ ਹੋ ਨਿਥਾਵਨ ਕੋ ਥਾਨ, ਕਰਹੋ ਨਿਮਾਨਨ ਕੋ ਮਾਨ, ਨਿਓਟਿਆਂ ਦੀ ਓਟ, ਨੇ ਆਸਰਿਆਂ ਕੇ ਆਸਰਾ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਰ, ਨਿਧੀਰਨ ਕੀ ਧੀਰ, ਪੀਰਾਂ ਨੇ ਪੀਰ, ਦਿਆਲ ਗਈ ਬਹੋੜ, ਸਭ ਜਗਤ ਬੰਦੀ ਛੋੜ, ਭੰਨਣ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ। ਐਸੇ ਦੀਨ ਦਿਆਲ ਸਤਿਗੁਰੂ ਦੇ ਗੁਰਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ। ਤੇ ਬੀਤੇ ਦਿਨੀ ਆਪ ਜੀ ਸਰਵਣ ਕਰ ਰਹੇ ਸੋ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਪ੍ਰਸੰਗ, ਜਦੋਂ ਮੌਕੇ ਦੇ ਨਵਾਬ ਖਾਨ ਬਹਾਦਰ ਦੀ ਫੌਜ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਆਉਂਦੀ ਹੈ। ਹੁਣ ਵੇਖੋ ਭਾਈ ਤਾਰੂ ਸਿੰਘ ਉਹ ਮਹਾਨ ਸ਼ਖਸੀਅਤ ਹੈ। ਮੈਂ ਸੇਵਾ ਬਾਰੇ ਦਾ ਬੇਨਤੀ ਕਰ ਰਿਹਾ ਸਾਂ। ਭਾਈ ਤਾਰੂ ਸਿੰਘ ਜੀ ਦੇ ਜੀਵਨ ਦੀ ਇਹ ਘਟਨਾ ਹੈ ਕਿ ਆਪ ਸਹੈ ਵੇ ਨਾਂਗਰ ਭੁੱਖ, ਦੇਖ ਸਕੈ ਨੈ ਸਿੰਘਣ ਦੁੱਖ। ਘਰ ਦੇ ਵਿੱਚ ਵਿਧਵਾ ਮਾਂ, ਵਿਧਵਾ ਭੈਣ ਦੇ ਹੋਣ ਦੇ ਬਾਵਜੂਦ ਭਾਈ ਤਾਰੂ ਸਿੰਘ ਖੁਦ ਬਿਨਾਂ ਕੱਪੜਿਆਂ ਤੋਂ ਵੀ ਗੁਜ਼ਾਰਾ ਕਰਦੇ ਨੇ, ਖੁਦ ਬਿਨਾਂ ਪ੍ਰਸ਼ਾਦਾ ਛਕੇ ਵੀ ਗੁਜ਼ਾਰਾ ਕਰਦੇ ਨੇ, ਖੁਦ ਦੁੱਖਾਂ ਵਿੱਚ ਵੀ ਰਹਿੰਦੇ ਨੇ, ਪਰ ਗੁਰੂ ਕੇ ਸਿੱਖਾਂ ਨੂੰ ਜਾ ਕਰਕੇ ਪ੍ਰਸ਼ਾਦਾ ਛਕਾਉਂਦੇ ਤੇ ਗੁਰੂ ਕੇ ਸਿੱਖਾਂ ਦੇ ਉੱਤੇ ਕੋਈ ਦੁੱਖ ਨਹੀਂ ਆਉਣ ਦਿੰਦੇ। ਤੇ ਉਸ ਸਮੇਂ ਭਾਈ ਤਾਰੂ ਸਿੰਘ ਜੀ ਨੇ ਸੇਵਾ ਕੀਤੀ ਜਦੋਂ ਸਿੱਖਾਂ ਦੇ ਰਹਿਣ ਤੇ ਪਾਬੰਦੀ, ਸਿੱਖਾਂ ਦੇ ਸੌਣ ਤੇ ਪਾਬੰਦੀ, ਸਿੱਖਾਂ ਦੇ ਖਾਣ ਤੇ ਪਾਬੰਦੀ, ਸਿੱਖਾਂ ਦੇ ਪਹਿਨਣ ਤੇ ਪਾਬੰਦੀ, ਇੰਨੀਆਂ ਪਾਬੰਦੀਆਂ ਦੇ ਬਾਅਦ ਵੀ ਭਾਈ ਤਾਰੂ ਸਿੰਘ ਜੀ ਸਿੱਖਾਂ ਦੀ ਸੇਵਾ ਕਰਦੇ। ਤੇ ਫਿਰ ਹਰ ਭਗਤ ਨਰੰਜਨੀਏ ਨੇ ਚੁਗਲੀ ਲਈ ਸਰਕਾਰ ਨੂੰ, ਸਰਕਾਰ ਦੀਆਂ ਫੌਜਾਂ ਗ੍ਰਿਫਤਾਰ ਕਰਨ ਆਉਂਦੀਆਂ। ਜਦੋਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਤੇ ਉਸ ਪੜਾਣੇ ਪਿੰਡ ਦੀ ਸੰਗਤ ਨੇ ਇਕੱਠੇ ਹੋ ਕਰਕੇ ਕਿਹਾ ਭਾਈ ਤਾਰੂ ਸਿੰਘ ਜੀ ਨੂੰ ਕਿ ਇਹ ਸਿਪਾਹੀਆਂ ਨੂੰ ਅਸੀਂ ਮਾਰ ਦਿੰਨੇ ਹਾਂ, ਖਤਮ ਕਰ ਦਿੰਨੇ ਆ, ਤੁਹਾਨੂੰ ਗ੍ਰਿਫਤਾਰ ਹੋਣ ਤੋਂ ਬਚਾ ਲਾਂਗੇ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਸਿੱਖੋ ਇਹ ਵੀ ਕਿਸੇ ਦੇ ਪੁੱਤਰ ਨੇ, ਇਹ ਆਪਣੇ ਮਾਲਕ ਦਾ ਹੁਕਮ ਮਨਾ ਰਹੇ ਨੇ, ਗ੍ਰਿਫਤਾਰ ਕਰਨ ਆਏ ਨੇ, ਇਹ ਆਪਣੇ ਮਾਲਕ ਦਾ ਹੁਕਮ ਮਨਾ ਰਹੇ, ਮੈਂ ਆਪਣੇ ਮਾਲਕ ਕਲਗੀਧਰ ਦਾ ਹੁਕਮ ਮਨਾਵਾਂਗਾ। ਇਹ ਗ੍ਰਿਫਤਾਰ ਕਰਨਗੇ, ਮੈਂ ਜਾ ਕੇ ਸਿਰ ਧੜ ਦੀ ਬਾਜੀ ਲਾਵਾਂਗਾ। ਉਹ ਭਾਈ ਤਾਰੂ ਸਿੰਘ ਜੀ ਦੇ ਅਗਾਂਹ ਗ੍ਰਿਫਤਾਰੀ ਕਿਵੇਂ ਹੁੰਦੀ ਹੈ ਤੇ ਸੰਗਤ ਨੂੰ ਭਾਈ ਤਾਰੂ ਸਿੰਘ ਜੀ ਗ੍ਰਿਫਤਾਰ ਹੋਣ ਤੋਂ ਪਹਿਲਾਂ ਕੀ ਬਚਨ ਕਰਦੇ ਅੱਜ ਆਪਾਂ ਸਰਵਣ ਕਰਾਂਗੇ। ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ
ਪ੍ਰੇਮ ਸਹਿਤ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਸਕੇ ਪੰਥੀ ਹਮ ਸਦਾਏ। ਭਾਈ ਤਾਰੂ ਸਿੰਘ ਜੀ ਕਹਿੰਦੇ, ਸਿੱਖੋ ਅਸੀਂ ਉਸ ਕਲਗੀਧਰ ਪਾਤਸ਼ਾਹ ਦੇ ਪੰਥੀ ਭਾਵ ਕਲਗੀਆਂ ਵਾਲੇ ਸਤਿਗੁਰੂ ਦੇ ਸਿੱਖ ਕਹਾਉਨੇ ਆ, ਜਿਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਲਖਤੇ ਜਿਗਰਾਂ ਦੇ ਟੋਟੇ ਟੋਟੇ ਕਰਵਾ ਲਏ। ਹਮ ਮਰਨੇ ਤੇ ਕਿਮ ਨਠ ਜਾਏ। ਇਸ ਕਰਕੇ ਐਸੇ ਦੀਨ ਦਿਆਲ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹੋਣ ਤੋਂ ਬਾਅਦ ਅਸੀਂ ਸਿੱਖੀ ਛੱਡ ਕੇ ਮਰਨ ਤੋਂ ਭੱਜ ਜਾਈਏ ਤੇ ਫਿਰ ਅਸੀਂ ਸਿੱਖ ਨਹੀਂ ਕਹਿਲਾ ਸਕਦੇ। ਇਸ ਕਰਕੇ ਮਰਨ ਤੋਂ ਨਹੀਂ ਭੱਜਾਂਗੇ। ਜੋ ਸਤਿਗੁਰੂ ਨੇ ਹੁਣ ਸਾਡੇ ਸਿਰ ਤੇ ਲਿਖਿਆ, ਅਸੀਂ ਉਸ ਭਾਣੇ ਨੂੰ ਮਿੱਠਾ ਕਰਕੇ ਮੰਨਾਂਗੇ। ਦੋਹਰਾ ਪੰਥ ਰਾਖਣ ਕੇ ਕਾਰਨੇ ਤੇ ਕੀਏ ਉਪਾਏ। ਕਿਉਂਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਥ ਦੀ ਰੱਖਿਆ ਵਾਸਤੇ, ਪੰਥ ਨੂੰ ਰੱਖਣ ਵਾਸਤੇ ਸਤਿਗੁਰੂ ਨੇ ਇਤਨੀਆਂ ਸ਼ਹੀਦੀਆਂ ਦਿੱਤੀਆਂ। ਸਤਿਗੁਰੂ ਦੇ ਲਖਤੇ ਜਿਗਰ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਸਤਿਗੁਰੂ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਤੇ ਕੇਵਲ ਪੰਥ ਵਾਸਤੇ। ਪੰਥ ਵਸੇ ਮੈਂ ਉਜੜਾਂ ਮਨ ਚਾਹੋ ਕਨੇਰਾ। ਖਾਲਸਾ ਜੀ, ਮੈਂ ਅਕਸਰ ਬੇਨਤੀ ਕਰਦਾ ਵੀ ਦੁਨੀਆ ਦੇ ਵਿੱਚ ਆਪਾਂ ਸਾਰੇ ਆਪਣੇ ਪਰਿਵਾਰ ਲਈ ਸੁੱਖ ਮੰਗਦੇ ਆਂ, ਪਰ ਦੁਨੀਆ ਵਿੱਚ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਐਸੇ ਮੁਰਸ਼ਦ ਨੇ ਜਿਨ੍ਹਾਂ ਨੇ ਦੁਨੀਆ ਦੇ ਸਾਰੇ ਦੁੱਖ ਆਪਣੀ ਝੋਲੀ ਵਿੱਚ ਪਵਾ ਕੇ ਜੇ ਪਰਮਾਤਮਾ ਤੋਂ ਸੁੱਖ ਮੰਗਿਆ ਤੇ ਸੁੱਖ ਵੀ ਕਿਹਦੇ ਲਈ ਮੰਗਿਆ? ਕਹਿੰਦੇ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ। ਸਾਰੇ ਦੁੱਖ ਝੋਲੀ ਵਿੱਚ ਪਵਾ ਕੇ ਜੇ ਰੱਬ ਤੋਂ ਸੁੱਖ ਮੰਗਿਆ, ਉਹ ਸੁੱਖ ਵੀ ਮੰਗ ਕੇ ਆਪਣੇ ਸੇਵਕਾਂ ਸਿੱਖਾਂ ਦੀ ਝੋਲੀ ਵਿੱਚ ਪਾ ਦਿੱਤਾ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਮਹਾਨ ਮੁਰਸ਼ਦ ਜਿਨ੍ਹਾਂ ਪੰਥ ਦੀ ਖਾਤਰ ਆਪਣੇ ਲਖਤੇ ਜਿਗਰ ਵੀ ਸ਼ਹੀਦ ਕਰਵਾ ਲਏ। ਦੁਖ ਸਹਿ ਨਿਜ ਸੁਤ ਦਏ ਸਿਰ ਤੁਰਕਨ ਦੇ ਲਾਏ। ਜਿਨ੍ਹਾਂ ਦੇ ਸੂਤਨ, ਜਿਨ੍ਹਾਂ ਦੇ ਸਹਿਬਜ਼ਾਦਿਆਂ ਨੇ ਲਖਤੇ ਜਿਗਰਾਂ ਨੇ ਆਪਣੇ ਤਨ ਕੁਰਬਾਨ ਕਰਕੇ ਤੁਰਕਾਂ ਦੇ ਸਿਰ ਤੇ ਜਾ ਕਰਕੇ ਆਪਣਾ ਸਰੀਰ ਰੂਪੀ ਘੜਾ ਭੰਨਿਆ। ਚਾਉ ਪਈ ਜੋ ਸਤਿਗੁਰ ਥੀ ਮੁਖ ਤੇ ਕਹੀ। ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਸੋ ਸਿਰ ਦੈ ਗੁਰ ਲਾਜ ਨਿਭਾਈ। ਉਸੇ ਤਰ੍ਹਾਂ ਸਤਿਗੁਰਾਂ ਨੇ ਸਿਰ ਦੇ ਕਰਕੇ ਪੰਥ ਦੀ ਲਾਜ ਰੱਖੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਰ ਨੂੰ ਪਹਿਲਾਂ ਹੀ ਬਚਨ ਕੀਤੇ ਸੀ ਕਿ ਤੈਨੂੰ 7 ਪੁਸ਼ਤਾਂ ਦਾ ਰਾਜ ਦਿੱਤਾ, ਪਰ ਇਹ ਰਾਜ ਤੇਰੇ ਤੋਂ ਵਾਪਸ ਲਵਾਂਗੇ ਤੇ ਸਿਰ ਦੇ ਕੇ ਵਾਪਸ ਲਵਾਂਗੇ। ਤੇ ਉਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਫਿਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਬਾਅਦ ਵਿੱਚ ਸਾਹਿਬਜ਼ਾਦੇ, ਫਿਰ ਕਿਤਨੇ ਹੀ ਸ਼ਹੀਦ ਗੁਰੂ ਕੇ ਸਿੱਖ ਜਿਨ੍ਹਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ, ਉਹਨਾਂ ਉਸੇ ਤਰ੍ਹਾਂ ਸਤਿਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ। ਚੌਥੇ ਬਾਬਰ ਲਏ ਕਹਾਏ। ਚੌਥਾ ਬਾਬਰ, ਚੌਥੇ ਬਾਬਰ ਤੋਂ ਭਾਵ ਖਾਲਸਾ ਜੀ ਜਹਾਂਗੀਰ, ਜਿਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਸੀਹੇ ਦਿੱਤੇ। ਉਨ ਬਚਨਨ ਭਏ ਆਪ ਬਿਕਾਏ। ਉਹਨੇ ਉਹੀ ਬਚਨ ਪੂਰੇ ਕਰਕੇ ਵਿਖਾਏ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਰ ਦਿੱਤੇ ਸਨ। ਜੋ ਹਿੰਦੂ ਪਾਤਸ਼ਾਹੀ ਚਾਹੈ ਕੋਈ। ਕਿਉਂਕਿ ਜੇ ਇਹ ਭਾਰਤ ਦੀ ਕੋਈ ਪਾਤਸ਼ਾਹੀ ਚਾਹੁੰਦਾ ਹੈ, ਭਾਰਤ ਦਾ ਕੋਈ ਤਖਤ ਚਾਹੁੰਦਾ ਹੈ, ਸੀਸ ਦੀਏ ਬਿਨ ਫਿਰੈ ਨ ਸੋਈ। ਤੇ ਭਾਰਤ ਦੀ ਬਾਦਸ਼ਾਹੀ, ਭਾਰਤ ਦਾ ਤਖਤ ਬਿਨਾਂ ਸਿਰ ਦਿੱਤਿਆਂ ਨਹੀਂ ਮਿਲਦਾ। ਜਬ ਤੁਰਕ ਪਰ ਪਾਵੈ ਪਾਰ। ਜਦੋਂ ਗੁਰੂ ਕੇ ਸਿੱਖ ਆਪਣਾ ਸਰੀਰ ਦਾ ਲਹੂ ਡੋਲਦੇ ਨੇ, ਤਨ ਕੁਰਬਾਨ ਕਰਦੇ ਨੇ, ਤੇ ਤੁਰਕਾਂ ਦੇ ਦੁਸ਼ਮਣਾਂ ਦੇ ਸਿਰ ਤੇ ਭਾਰ ਪੈਂਦਾ ਹੈ। ਲਾਇਓ ਉਨ ਸਿਰ ਸੀਸ ਉਤਾਰ। ਕਿਉਂਕਿ ਖਾਲਸਾ ਜੀ ਭਾਵੇਂ ਗੁਰੂ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ, ਪਰ ਇਹ ਗੱਲ ਸੱਚੀ ਹੈ ਵੀ ਜਿਨ੍ਹਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ, ਜਿਨ੍ਹਾਂ ਨੂੰ ਕਤਲ ਕੀਤਾ ਗਿਆ, ਉਹ ਗੁਰੂ ਕੇ ਸ਼ਹੀਦ ਸਿੱਖ ਸੂਰਮੇ ਅੱਜ ਵੀ ਜਿਉਂਦੇ ਜਾਗਦੇ, ਅੱਜ ਵੀ ਅਮਰ ਆ। ਪਰ ਜਿਹੜੇ ਉਹਨਾਂ ਸਿੱਖਾਂ ਨੂੰ ਖਤਮ ਕਰ ਰਹੇ ਸੀ, ਉਹਨਾਂ ਨੂੰ ਤਸੀਹੇ ਦੇ ਰਹੇ ਸੀ, ਉਹਨਾਂ ਤੁਰਕਾਂ ਦਾ ਅੱਜ ਨਾਮੋ ਨਿਸ਼ਾਨ ਨਹੀਂ। ਸ੍ਰੀ ਗੁਰੂ ਅੰਗਦ ਕੋ ਕਹਿ ਗਏ। ਸੋ ਭਾਈ ਤਾਰੂ ਸਿੰਘ ਜੀ ਪੜਾਣੇ ਪਿੰਡ ਦੀ ਸੰਗਤ ਨੂੰ ਕਹਿ ਰਹੇ, ਗ੍ਰਿਫਤਾਰ ਹੋਣ ਤੋਂ ਪਹਿਲਾਂ
ਕਿ ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਹੇ ਸਨ ਕਿ ਅਸੀਂ ਬਾਬਰ ਨੂੰ ਇਹ ਰਾਜ ਦਿੱਤਾ ਤੇ ਸਿਰ ਦੇ ਕੇ ਵਾਪਸ ਲਵਾਂਗੇ। ਅੰਗਦ ਜੀ ਅਮਰਦਾਸ ਸਮਝਾਏ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹ ਬਚਨ ਅਗਾਂਹ ਸੀਨੇ ਬਸੀਨੇ ਗੁਰੂ ਅਮਰਦਾਸ ਜੀ ਨੂੰ ਦੱਸ ਦਿੱਤਾ। ਅਮਰਦਾਸ ਰਾਮਦਾਸਾ ਕਹਿਓ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹੀ ਬਚਨ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਦੱਸਿਆ। ਸ੍ਰੀ ਅਰਜਨ ਸਿਰ ਉਪਰ ਸਹਿਓ। ਉਸੇ ਬਚਨਾਂ ਤੇ ਪਹਿਰਾ ਦੇ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਤੱਤੀ ਤਵੀ ਤੇ ਬੈਠ ਗਏ, ਦੇਗਾਂ ਵਿੱਚ ਉਬਾਲੇ ਖਾ ਲਏ ਤੇ ਸੰਸਾਰ ਦਾ ਸੰਕਟ ਸਤਿਗੁਰਾਂ ਨੇ ਆਪਣੇ ਤਨ ਤੇ ਹੰਡਾਲਿਆ, ਪਿੰਡੇ ਤੇ ਹੰਡਾਲਿਆ। ਖਾਲਸਾ ਜੀ, ਮੈਨੂੰ ਇੱਕ ਘਟਨਾ ਚੇਤੇ ਆਈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਆਇਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਠ ਸਾਹਿਬ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਵਾਸਤੇ ਗਏ, ਮੁਲਾਕਾਤ ਕਰਨ ਗਏ। ਉਹ ਅਸਥਾਨ ਦਾ ਪ੍ਰਬੰਧ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾ ਰਹੀ ਹੈ। ਕਹਿੰਦੇ ਉਸ ਅਸਥਾਨ ਤੇ ਸਤਿਗੁਰੂ 5 ਮਹੀਨੇ 27 ਦਿਨ ਲਗਾਤਾਰ ਰਹੇ। ਤੇ ਖਾਲਸਾ ਜੀ, ਜਿਸ ਪਿੱਪਲ ਦੇ ਹੇਠਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੌਂਕੜਾ ਲਾ ਕਰਕੇ ਕਰਤਾਰ ਦੀ ਸਿਫਤ ਕਰਦੇ ਸੀ, ਕਹਿੰਦੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਰਹੇ ਨੇ, ਤੱਤੀ ਤਵੀ ਤੇ ਬੈਠੇ ਨੇ, ਕਹਿੰਦੇ ਉਧਰੋਂ ਸਤਿਗੁਰੂ ਤੱਤੀ ਤਵੀ ਤੇ ਬੈਠੇ ਤੇ ਉਧਰੋਂ ਜਿਹੜੇ ਪਿੱਪਲ ਦੇ ਥੱਲੇ ਸਤਿਗੁਰੂ ਨੇ ਚੌਂਕੜਾ ਲਾਇਆ ਸੀ ਉਹਨੂੰ ਅੱਗ ਲੱਗ ਗਈ। ਤੇ ਬਾਬਾ ਸ਼੍ਰੀ ਚੰਦ ਦੇ ਸੇਵਕ ਭਾਈ ਕਮਲੀਆ ਜੀ ਨੇ ਕਿਹਾ ਕਿ ਬਾਬਾ ਜੀ ਇਸ ਪਿੱਪਲ ਨੂੰ ਅੱਗ ਲੱਗ ਗਈ ਹੈ। ਉਹ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਕਿ ਕਮਲੀਆ, ਇਹ ਪਿੱਪਲ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਨਾਲ ਅੰਦਰੋਂ ਜੁੜਿਆ ਹੈ, ਇੱਥੇ ਸਤਿਗੁਰੂ ਨੇ ਚੌਂਕੜਾ ਲਾਇਆ ਹੈ। ਕਹਿੰਦੇ ਬੰਦੇ ਕਈ ਵਾਰ ਅੰਦਰੋਂ ਨਹੀਂ ਜੁੜਦੇ, ਪਰ ਜਿਹੜੀ ਕੁਦਰਤ ਹੈ, ਜਿਹੜੇ ਪਸ਼ੂ ਪੰਛੀ ਨੇ ਰੱਬ ਨਾਲ ਅੰਦਰੋਂ ਜੁੜ ਜਾਂਦੇ ਨੇ। ਕਹਿੰਦੇ ਇਹ ਸਤਿਗੁਰੂ ਦਾ ਸੇਕਾ ਆਪਣੇ ਉੱਤੇ ਲੈ ਰਿਹਾ ਹੈ, ਇਹਦੇ ਉੱਤੇ ਲੱਸੀ ਪਾ ਦਿਓ। ਖਾਲਸਾ ਜੀ, ਅੱਜ ਵੀ ਜਦੋਂ ਬਾਠ ਸਾਹਿਬ ਦਰਸ਼ਨ ਕਰਨ ਜਾਂਦੇ ਆ, ਉੱਥੇ ਉਹ ਅੱਜ ਵੀ ਪਿੱਪਲ ਦੇ ਜਦੋਂ ਦਰਸ਼ਨ ਕਰੋਗੇ, ਅੱਜ ਵੀ ਉਹ ਨਿਸ਼ਾਨੀਆਂ ਵੇਖਣ ਨੂੰ ਮਿਲ ਜਾਂਦੀਆਂ। ਜਿੱਥੋਂ ਜਿੱਥੋਂ ਪਿੱਪਲ ਨੂੰ ਸੇਕਾ ਲੱਗਾ ਹੋਇਆ ਸੀ, ਉਹ ਅੱਜ ਵੀ ਉਸੇ ਤਰ੍ਹਾਂ ਉੱਥੇ ਨਿਸ਼ਾਨੀਆਂ ਮੌਜੂਦ ਨੇ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਤੱਤੀ ਤਵੀ ਤੇ ਬੈਠਦੇ ਨੇ, ਦੇਗਾਂ ਵਿੱਚ ਉਬਾਲੇ ਖਾਂਦੇ ਨੇ, ਕਿਹਨਾਂ ਵਾਸਤੇ? ਗੁਰਸਿੱਖਾਂ ਨੂੰ ਸੁੱਖ ਦੇਣ ਵਾਸਤੇ। ਹਰ ਗੋਬਿੰਦ ਓ ਸ੍ਰੀ ਹਰਿ ਰਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ, ਜਿਹੜੇ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਤਖਤ ਤੇ ਸ਼ੁਭਾਏਮਾਨ ਹੋਏ। ਬਨੀ ਨਾ ਬਿਦ ਵਹਿ ਰਹੇ ਤਕਾ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਪੋ ਆਪਣੀ ਬਿੱਧ ਦੇ ਨਾਲ ਸੱਚੇ ਪਾਤਸ਼ਾਹ ਨੇ ਜੰਗੀ ਪਹਿਰੇ ਸ਼ੁਰੂ ਕਰ ਦਿੱਤੇ। ਹਰੀ ਕ੍ਰਿਸ਼ਨ ਫੜੇ ਦਿੱਲੀ ਗਏ। ਤੇ ਬਾਅਦ ਵਿੱਚ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਇੱਕ ਵਾਰ ਸਾਰੀ ਪਿਆਰ ਨਾਲ ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਕਿਉਂਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤਿਆਂ ਹੀ ਦੁੱਖ ਕੱਟੇ ਜਾਂਦੇ ਨੇ। ਤੇ ਮੈਂ ਬੇਨਤੀ ਕਰਾਂ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਜ ਵੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵਰਤ ਰਹੇ ਆ, ਪਰ ਜੇ ਵੇਖਣ ਦੀ ਜਾਂਚ ਆ ਜਾਵੇ ਤੇ ਅੱਜ ਵੀ ਦੁੱਖ ਕੱਟੇ ਜਾਂਦੇ ਨੇ। ਸੋ ਐਸੇ ਦੀਨ ਦਿਆਲ ਸਤਿਗੁਰੂ ਦਿੱਲੀ ਗਏ ਤੇ ਦਿੱਲੀ ਦੇ ਲੋਕਾਂ ਦਾ ਦੁੱਖ ਸਤਿਗੁਰੂ ਨੇ ਹਰ ਲਿਆ। ਤੁਰਕਨ ਬਾਦੀ ਲਗਾਵਤ ਭਵੇ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪ੍ਰਤਾਪ ਦੇ ਨਾਲ ਤੁਰਕਾਂ ਦੇ ਉੱਤੇ ਹੋਰ ਵੀ ਭਾਰ ਪਿਆ। ਦੋਹਰਾ ਸ੍ਰੀ ਤੇਗ ਬਹਾਦਰ ਸਿਰ ਧਰੇ ਗੁਰੂ ਨਾਨਕ ਬਚਨ ਵਿਚਾਰ। ਹੁਣ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਬਾਬਰ ਬਾਦਸ਼ਾਹ ਨੂੰ ਕਿ ਤੇਰੇ ਤੋਂ ਰਾਜ ਵਾਪਸ ਲਾਂਗੇ ਸਿਰ ਦੇ ਕਰਕੇ, ਉਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਚਾਂਦਨੀ ਚੌਂਕ ਸੀਸਗੰਜ ਸਾਹਿਬ ਵਿਖੇ, ਜਿੱਥੇ ਅੱਜ ਅਸਥਾਨ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਸ ਚਾਂਦਨੀ ਚੌਂਕ ਵਿਖੇ ਚੌਂਕੜਾ ਲਾ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਸਤਿਗੁਰੂ ਨੇ ਆਪਣਾ ਸਿਰ ਧੜ ਤੋਂ ਜੁਦਾ ਕਰਵਾ ਲਿਆ। ਪਰ ਖਾਲਸਾ ਜੀ, ਦੁਨੀਆ ਦੇ ਵਿੱਚ ਸਤਿਗੁਰੂ ਨੇ ਧਰਮ ਦੀ ਪੱਤ ਰੱਖ ਲਈ, ਕਿਉਂਕਿ ਔਰੰਗਜ਼ੇਬ ਦੁਨੀਆ ਵਿੱਚ ਮੰਦਿਰ ਢਾ ਰਿਹਾ ਸੀ।
ਮੰਦਰ ਢਾ ਕੇ ਮਸੀਤਾਂ ਬਣਾ ਰਿਹਾ ਸੀ। ਸਨਾਤਨ ਮਤ ਦੇ ਲੋਕਾਂ ਦੇ ਧੱਕੇ ਦੇ ਨਾਲ ਜ਼ਬਰੀ ਧਰਮ ਪਰਿਵਰਤਨ ਕਰਕੇ ਜਨੇਊ ਉਤਾਰ ਰਿਹਾ ਸੀ। ਉਸ ਵਕਤ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਕੋਈ ਵੀ ਧਰਮ ਅਤਿਆਚਾਰ ਕਰਨਾ ਨਹੀਂ ਸਿਖਾਉਂਦਾ, ਜ਼ੁਲਮ ਕਰਨਾ ਨਹੀਂ ਸਿਖਾਉਂਦਾ। ਹਰ ਇੱਕ ਧਰਮ ਪਿਆਰ ਕਰਨਾ ਸਿਖਾਉਂਦਾ ਹੈ। ਕਿਸੇ ਦੇ ਉੱਤੇ ਜ਼ੁਲਮ ਕਰਕੇ ਕਦੇ ਧਰਮ ਨਹੀਂ ਬਦਲਿਆ ਜਾ ਸਕਦਾ। ਕਿਸੇ ਦੇ ਧਾਰਮਿਕ ਅਸਥਾਨ ਦੀ ਬੇਅਦਬੀ ਨਹੀਂ ਕੀਤੀ ਜਾ ਸਕਦੀ। ਹਰ ਇੱਕ ਨੂੰ ਆਪ ਦਾ ਧਰਮ ਨਿਭਾਉਣ ਦਾ ਹੱਕ ਹੈ। ਅੱਜ ਹਿਊਮਨ ਰਾਈਟਸ ਦੀਆਂ ਗੱਲਾਂ ਹੁੰਦੀਆਂ। ਇਹ ਹਿਊਮਨ ਰਾਈਟਸ ਦਾ ਪਾਠ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਸਿਖਾਇਆ ਵੀ ਦੁਨੀਆ ਦੇ ਵਿੱਚ ਕੋਈ ਕਿਸੇ ਵੀ ਧਰਮ ਵਿੱਚ ਹੋਵੇ, ਹਰ ਇੱਕ ਬੰਦੇ ਨੂੰ ਆਪਣੀ ਧਰਮ ਦੀ ਮਰਿਆਦਾ ਨਿਭਾਉਣ ਦਾ ਪੂਰਾ ਹੱਕ ਹੈ। ਹਰ ਇੱਕ ਦੀ ਜਿਸ ਤੇ ਭਾਵਨਾ ਉਸੇ ਤਰ੍ਹਾਂ ਨਿਭਾਵੇ। ਇਸ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਵਿਆਖਿਆ ਕਰਨ ਵਾਸਤੇ ਸਿਰ ਧੜ ਦੀ ਬਾਜੀ ਲਾ ਦਿੱਤੀ। ਆਪ ਜਾਏ ਦਿੱਲੀ ਖਈ ਤੁਰਕਨ ਤੇ ਤਲਵਾਰ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਖੁਦ ਗਏ ਚੱਲ ਕੇ ਦਿੱਲੀ ਤੇ ਖੁਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਤੇ ਤੁਰਕਾਂ ਦੀ ਤਲਵਾਰ ਦਾ ਵਾਰ ਖਾਦਾ। ਚਉਪਈ ਤਿਮ ਸਤਿਗੁਰ ਗੋਬਿੰਦ ਸਿੰਘ ਸੂਰੇ। ਹੁਣ ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ। ਬਚਨ ਕੀਏ ਗੁਰੂ ਨਾਨਕ ਪੂਰੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਪ੍ਰਤਾਪ ਨੂੰ ਹੋਰ ਵਧਾ ਦਿੱਤਾ। ਸਣ ਪਰਿਵਾਰ ਦੇਹ ਲਵਾਈ। ਜਿਨ੍ਹਾਂ ਨੇ ਸਮੁੱਚੇ ਪਰਿਵਾਰ ਦੇ ਨਾਲ ਭਾਰਤ ਵਰਸ਼ ਵਾਸਤੇ, ਸੰਸਾਰ ਦੇ ਲੋਕਾਂ ਵਾਸਤੇ ਤਨ ਕੁਰਬਾਨ ਕਰ ਦਿੱਤੇ। ਗੁਰੂ ਨਾਨਕ ਬਚ ਗਏ ਬਿਕਾਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਰੱਖ ਲਿਆ। ਪੁੱਤਰ ਚੰਡੀ ਕੀ ਭੇਟ ਚੜਾਏ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਲਖਤੇ ਜਿਗਰ ਧੰਨ ਬਾਬਾ ਅਜੀਤ ਸਿੰਘ ਜੀ 19 ਸਾਲ ਦੀ ਉਮਰ ਵਿੱਚ, ਬਾਬਾ ਜੁਝਾਰ ਸਿੰਘ ਜੀ 17 ਸਾਲ ਦੀ ਉਮਰ ਦੇ ਵਿੱਚ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ 5 ਤੇ 7 ਸਾਲ ਦੀ ਉਮਰ ਦੇ ਵਿੱਚ ਖਾਲਸਾ ਜੀ ਉਹ ਸ਼ਹੀਦ ਹੋ ਗਏ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਸਾਰ ਦੇ ਭਲੇ ਲਈ ਕਰਕੇ ਵਿਖਾਇਆ। ਤੁਰਕਨ ਸਿਰ ਬੁਰਿਆਈ ਲਾਏ। ਤੇ ਲਖਤੇ ਜ਼ਿਗਰਾਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮੁਗਲ ਹਕੂਮਤ ਦੇ ਸਿਰ ਦੇ ਉੱਤੇ ਬੁਰਿਆਈ ਆਈ, ਪਾਪ ਆਇਆ। ਅਕੈ ਬੰਸ ਅਕੈ ਅੰਸ ਰਹਾਈ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਸ ਵੰਸ ਰੱਖਣ ਦੀ ਥਾਂ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਲੋਕਾਂ ਨੂੰ ਰੱਖਿਆ। ਸੰਸਾਰ ਦੇ ਲੋਕਾਂ ਦੇ ਪਰਿਵਾਰਾਂ ਦੇ ਦੁੱਖ ਦੂਰ ਕੀਤੇ, ਆਪਣੇ ਪਰਿਵਾਰ ਦੇ ਉੱਤੇ ਦੁੱਖ ਲਿਆ ਕਰਕੇ। ਏਕ ਮਿਆਨ ਛੁਰੀ ਦੋ ਨਾ ਸਮਾਈ। ਭਾਈ ਤਾਰੂ ਸਿੰਘ ਕਹਿੰਦੇ ਇਸ ਕਰਕੇ ਸਿੱਖੋ ਦੁਨੀਆ ਦੇ ਵਿੱਚ ਇਹ ਨਿਯਮ ਹੈ, ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਏਕ ਤਖਤ ਦੋ ਬਹਿ ਨਾ ਭੂਪ। ਇੱਕ ਤਖਤ ਦੇ ਉੱਤੇ ਕਦੇ ਦੋ ਰਾਜੇ ਇਕੱਠੇ ਨਹੀਂ ਬਹਿ ਸਕਦੇ। ਕਲ ਯੁਗ ਭਵੈ ਨ ਦੇ ਦੋਏ ਅਨੂਪ। ਇਹ ਕਲਯੁਗ ਹੈ। ਇੱਥੇ ਝੂਠ ਨੂੰ ਖਤਮ ਕਰਨ ਵਾਸਤੇ ਸੱਚ ਨੂੰ ਕੁਰਬਾਨ ਹੋਣਾ ਪਵੇਗਾ। ਸੱਚ ਸ਼ੁਰੂ ਤੋਂ ਕੁਰਬਾਨ ਹੁੰਦਾ ਆਇਆ, ਪਰ ਸੱਚ ਕਦੇ ਹਾਰਿਆ ਨਹੀਂ। ਸੱਚ ਸਦਾ ਜਿੱਤਦਾ ਰਿਹਾ ਹੈ। ਤਬ ਸਿੱਖਨ ਯਹ ਬਾਤ ਪੁੱਛਈ। ਉਦੋਂ ਫਿਰ ਭਾਈ ਤਾਰੂ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਸਿੱਖ ਸੰਗਤ ਭਾਈ ਤਾਰੂ ਸਿੰਘ ਜੀ ਨੂੰ ਇੱਕ ਸਵਾਲ ਕਰਦੀ ਹੈ ਕਿਮ ਗੁਰ ਸੀਸ ਲਗਾਵਨ ਠਾਈ। ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਆਪਣੇ ਸਿਰ ਧੜ ਦੀ ਬਾਜੀ ਲਾਈ। ਦੋਹਰਾ ਤਾਰੂ ਸਿੰਘ ਉੱਤਰ ਦਇਓ ਸਤਿਗੁਰ ਮੁਖੋਂ ਫਰਮਾਏ। ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜੋ ਮੁਖੋਂ ਬਚਨ ਕੀਤਾ ਸੀ, ਸੋ ਫਰਮਾਇਓ ਕਿਮ ਮਿਟੈ ਲਿਖਿਓ ਗਇਓ ਦਰਗਾਹੇ। ਜੋ ਸਤਿਗੁਰਾਂ ਨੇ ਬਚਨ ਕਰ ਦਿੱਤਾ ਵੀ ਸਿਰ ਦੇ ਕੇ ਵਾਪਸ ਲਵਾਂਗੇ, ਉਹ ਬਚਨ ਤੇ ਫਿਰ ਦਰਗਾਹ ਤਾਈਂ ਲਿਖਿਆ ਗਿਆ। ਤੇ ਸਤਿਗੁਰੂ ਦੇ ਕੀਤੇ ਹੋਏ ਬਚਨ ਨੂੰ ਕੋਈ ਮਿਟਾ ਨਹੀਂ ਸਕਦਾ। ਸਿੱਖਨ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ। ਭਾਈ ਤਾਰੂ ਸਿੰਘ ਕਹਿੰਦੇ ਸਿੱਖਾਂ ਦੇ ਭਲੇ ਲਈ ਸਤਿਗੁਰਾਂ ਨੇ ਆਪਣਾ ਸਿਰ ਵੀ ਕੁਰਬਾਨ ਕਰ ਦਿੱਤਾ। ਸੋ ਸਿੱਖ ਹਮ ਉਸ ਗੁਰੂ ਕੇ ਕਿਮ ਰਾਖਾਂ ਸੀਸ ਬਚਾਏ। ਤੇ ਅਸੀਂ ਉਸ ਗੁਰੂ ਦੇ ਸਿੱਖ ਹੋ ਕਰਕੇ ਕਿਸ ਤਰ੍ਹਾਂ ਜਾਨ ਨੂੰ ਪਿਆਰੀ ਸਮਝ ਸਕਦੇ ਹਾਂ। ਖਾਲਸਾ ਜੀ ਇਹੀ ਧੰਨ ਗੁਰੂ ਤੇਗ ਬਹਾਦਰ ਜੀ ਦੀ ਵਡਿਆਈ ਹੈ ਕਿ ਵੇਖੋ ਸਤਿਗੁਰਾਂ ਤੋਂ ਆ ਕਰਕੇ ਕੋਈ ਆਪਣੇ ਕਾਰੋਬਾਰ ਵਿੱਚ ਵਾਧਾ ਮੰਗੇ, ਕੋਈ ਆਪਣੇ ਕਾਰੋਬਾਰ ਦੀ ਤਰੱਕੀ ਮੰਗੇ, ਤੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੱਖਣ ਸ਼ਾਹ ਲਵਾਣੇ ਦੀ ਅਰਦਾਸ ਸੁਣ ਕਰਕੇ ਉਹਦੇ ਕਾਰੋਬਾਰ ਦੇ ਡੁੱਬਦੇ ਹੋਏ ਬੇੜੇ ਨੂੰ ਬੰਨੇ ਲਾਉਂਦੇ ਨੇ।
ਤੇ ਜੇ ਧੰਨ ਗੁਰੂ ਤੇਗ ਬਹਾਦਰ ਜੀ ਤੋਂ ਆ ਕੇ ਕੋਈ ਸਤਿਗੁਰੂ ਦਾ ਸਿਰ ਵੀ ਮੰਗ ਲਵੇ, ਸਤਿਗੁਰੂ ਤਾਂ ਵੀ ਆਪਣੇ ਦਰ ਆਏ ਹੋਏ ਕਿਸੇ ਸੱਜਣ ਨੂੰ ਖਾਲੀ ਨਹੀਂ ਜਾਣ ਦਿੰਦੇ। ਮਹਾਰਾਜ ਆਪਣਾ ਸਿਰ ਵੀ ਝੋਲੀ ਵਿੱਚ ਪਾ ਦਿੰਦੇ ਨੇ। ਇੱਥੇ ਮਾਇਆ ਮੰਗੋ, ਮਾਇਆ ਮਿਲਦੀ ਹੈ। ਇਹ ਸਤਿਗੁਰੂ ਏਡਾ ਦਿਆਲੂ ਹੈ। ਸਤਿਗੁਰੂ ਤੋਂ ਕੋਈ ਸਤਿਗੁਰੂ ਦਾ ਜੀਵਨ ਮੰਗ ਲਵੇ, ਸਤਿਗੁਰੂ ਤਾਂ ਸਿਰ ਧੜ ਦੀ ਬਾਜੀ ਲਾ ਦਿੰਦੇ ਆ, ਪਰ ਸਿੱਖ ਨੂੰ ਕਦੇ ਖਾਲੀ ਝੋਲੀ ਬਾਹਰ ਨਹੀਂ ਜਾਣ ਦਿੰਦੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤਾਂ ਨੇ। ਚਉਪਾਈ ਤਬ ਸੰਗਤ ਸੁਨ ਅਚਰਜ ਭਈ। ਭਾਈ ਤਾਰੂ ਸਿੰਘ ਜੀ ਦੇ ਬਚਨ ਸੁਣ ਕਰਕੇ ਸੰਗਤ ਅਚਰਜ ਹੋ ਗਈ। ਕੌਣ ਵਕਤ ਗੁਰ ਦਇ ਗਏ ਬਿਕਲੀ। ਕਿ ਐਸਾ ਕਿਹੜਾ ਸਮਾਂ ਆ ਗਿਆ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ। ਕੌਣ ਓੜਕ ਗੁਰੂ ਨਾਨਕ ਆਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਤੇ ਕਿਹੜੀ ਓੜਕ ਆ ਕਰਕੇ ਬਣ ਗਈ ਜੋ ਮਹਾਰਾਜ ਨੇ ਐਸੇ ਬਚਨ ਕੀਤੇ। ਕਰ ਕਿਰਪਾ ਵਹਿ ਦੇਹੋ ਸੁਨਾਈ। ਭਾਈ ਤਾਰੂ ਸਿੰਘ ਜੀ ਕਿਰਪਾ ਕਰੋ, ਸਾਨੂੰ ਸੁਣਾਉਣੇ ਕਰੋ। ਕਿਸੈ ਵਸਤ ਕੀ ਨਹ ਥੋੜ ਲੋੜ। ਖਾਲਸਾ ਜੀ ਭਾਈ ਤਾਰੂ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਅੱਖ ਵੀ ਝਪਕਣ, ਮਹਾਰਾਜ ਦੇ ਅੱਖ ਝਪਕਣ ਦੇ ਨਾਲ ਹੀ ਸੱਚੇ ਪਾਤਸ਼ਾਹ ਹੰਕਾਰੀਆਂ ਨੂੰ ਨਸ਼ਟ ਕਰ ਸਕਦੇ ਨੇ, ਖਤਮ ਕਰ ਸਕਦੇ ਨੇ। ਪਰ ਸਤਿਗੁਰੂ ਨੇ ਸਿੱਖਾਂ ਵਾਸਤੇ ਪੂਰਨੇ ਪਾਏ ਕਿ ਦੂਸਰੇ ਦੇ ਭਲੇ ਲਈ ਕੁਰਬਾਨ ਹੋਣਾ ਪੈ ਜਾਵੇ ਤੇ ਪਿੱਛੇ ਨਾ ਹਟਿਓ। ਸਿੱਖਾਂ ਨੂੰ ਸਮਝਾਉਣ ਵਾਸਤੇ ਸਤਿਗੁਰੂ ਨੇ ਐਸੀਆਂ ਮਹਾਨ ਕੁਰਬਾਨੀਆਂ ਕੀਤੀਆਂ। ਤਜੀ ਪਾਤਸ਼ਾਹੀ ਉਹਨਾਂ ਕਰੋੜ। ਸਤਿਗੁਰੂ ਸੱਚੇ ਪਾਤਸ਼ਾਹ ਤੇ ਖੁਦ ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਮਹਾਰਾਜ ਤੇ ਖੁਦ ਪਾਤਸ਼ਾਹੀਆਂ ਵੰਡਦੇ ਨੇ। ਰਿੱਧ ਸਿੱਧ ਸਭ ਹਾਜ਼ਰ ਰਹਿ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਰਿੱਧੀਆਂ ਸਿੱਧੀਆਂ ਸਦਾ ਹਾਜ਼ਰ ਰਹਿੰਦੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਸਦਾ ਇੱਥੇ ਹਾਜ਼ਰ ਰਹਿੰਦੀਆਂ ਨੇ। ਮੁਖ ਮੈਂ ਸਦਾ ਸੁਰਸਤੀ ਬਹੈ। ਤੇ ਕਹਿੰਦੇ ਜਿਹਦੇ ਮੁਖ ਵਿੱਚ ਸਰਸਵਤੀ ਹੁੰਦੀ ਹੈ ਨਾ, ਉਹਦੇ ਬਚਨ ਸੱਚ ਹੁੰਦੇ ਆ। ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਸਿੱਖ ਨੂੰ ਕੋਈ ਬਚਨ ਕਰਦੇ ਨੇ, ਉਹ ਬਚਨ ਸਦਾ ਸੱਚ ਹੁੰਦਾ ਹੈ, ਪ੍ਰਤੱਖ ਵਰਤਦਾ ਹੈ। ਅਕਾਲ ਪੁਰਖ ਆਪ ਕਰੇ ਸਹਾਇ। ਕਿਉਂਕਿ ਜਿਸ ਸਿੱਖ ਦੇ ਭਲੇ ਲਈ ਸਤਿਗੁਰੂ ਬਚਨ ਕਰਦੇ ਨੇ, ਉਹ ਸਿੱਖ ਦੀ ਸਹਾਇਤਾ ਫਿਰ ਸਤਿਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਆਪ ਕਰਦਾ ਹੈ। ਅੰਨ ਦੇਵ ਆਪ ਲੰਗਰ ਵਰਤਾਏ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਵੀ ਜੋ ਗੁਰੂ ਨਾਨਕ ਸਾਹਿਬ ਨੇ ਲੰਗਰ ਚਲਾਇਆ, ਉਹ ਲੰਗਰ ਸਤਿਗੁਰੂ ਦੀ ਕਿਰਪਾ ਨਾਲ ਅੱਜ ਤਾਈਂ ਵਰਤ ਰਿਹਾ ਹੈ। ਭਇਓ ਭੰਡਾਰੀ ਕੁਬੇਰ ਸੁਆਈ। ਕਹਿੰਦੇ ਹੋ ਸਕਦਾ ਦੁਨੀਆ ਵਿੱਚ ਇਹ ਗਾਥਾ ਪ੍ਰਚਲਿਤ ਸੀ ਵੀ ਕੁਬੇਰ ਕੋਲ ਭੰਡਾਰਾ ਬਹੁਤ ਹੈ, ਪਰ ਕਹਿੰਦੇ ਉਹਦਾ ਭੰਡਾਰਾ ਤੇ ਮੁੱਕ ਸਕਦਾ, ਪਰ ਗੁਰੂ ਨਾਨਕ ਸਾਹਿਬ ਦੇ ਲੰਗਰ ਵਿੱਚ ਕਮੀ ਨਹੀਂ ਆ ਸਕਦੀ। ਖਾਲਸਾ ਜੀ, ਦੁਨੀਆ ਦੇ ਵਿੱਚ ਹਜ਼ਾਰਾਂ ਤੋਂ ਵੱਧ ਗੁਰੂ ਘਰ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਪਰ ਵੇਖੋ ਵੀ ਗੁਰੂ ਨਾਨਕ ਸਾਹਿਬ ਦੀ ਇਹ ਕਿਰਪਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੈ। ਆਮ ਬੰਦਾ ਖਾਲਸਾ ਜੀ ਘਰ ਵਿੱਚ ਕੋਈ ਪ੍ਰੋਗਰਾਮ ਕਰੇ, ਵੱਧ ਤੋਂ ਵੱਧ ਹਫਤਾ ਤੇ ਵੱਧ ਤੋਂ ਵੱਧ ਮਹੀਨਾ ਘਰ ਵਿੱਚ ਬੁਲਾ ਕਰਕੇ ਸੱਜਣਾ ਮਿੱਤਰਾਂ ਨੂੰ ਪ੍ਰਸ਼ਾਦਾ ਛਕਾ ਸਕਦਾ। ਬਾਅਦ ਵਿੱਚ ਉਹਦੇ ਵੀ ਹੱਥ ਖੜੇ ਹੁੰਦੇ, ਪਰ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ ਵੀ ਜਿੱਥੇ ਜਿੱਥੇ ਵੀ ਬਾਬਾ ਜੀ ਦੇ ਘਰ ਦੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ, ਉੱਥੇ ਉੱਥੇ ਲੰਗਰ ਵਰਤ ਰਿਹਾ ਹੈ ਤੇ ਸਦੀਆਂ ਤੋਂ ਵਰਤ ਰਿਹਾ ਹੈ ਤੇ ਅੱਗੇ ਵੀ ਵਰਤਦਾ ਰਹੇਗਾ, ਪਰ ਕਦੇ ਗੁਰੂ ਨਾਨਕ ਦੀ ਕਿਰਪਾ ਨਾਲ ਤੋਟ ਨਹੀਂ ਆਵੇਗੀ। ਖਾਲਸਾ ਜੀ, ਆ ਮਹਾਮਾਰੀ ਵਿੱਚ ਸਾਰਿਆਂ ਨੇ ਅਨੁਭਵ ਕੀਤਾ, ਜਦੋਂ ਸਰਕਾਰਾਂ ਦੇ ਵੀ ਖਜ਼ਾਨੇ ਖਾਲੀ ਹੁੰਦੇ ਨਜ਼ਰ ਆ ਰਹੇ ਸੀ, ਉਦੋਂ ਵੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਲੰਗਰ ਖਤਮ ਹੁੰਦਾ ਨਜ਼ਰ ਨਹੀਂ ਆਇਆ। ਸਤਿਗੁਰੂ ਦਾ ਲੰਗਰ ਉਦੋਂ ਵੀ ਲੋੜਵੰਦਾਂ ਤਾਈਂ ਘਰ ਘਰ ਪਹੁੰਚਦਾ ਰਿਹਾ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਰਹਿਮਤ ਹੈ। ਸੁਰਤਰ ਸੁਰਸਰ ਭੀ ਰਹਿ ਸਦਾਈ। ਇਸ ਕਰਕੇ ਸਤਿਗੁਰੂ ਦੇ ਘਰ ਵਿੱਚ ਸਦਾ ਰਹਿਮਤਾਂ ਦੇ ਮੀਂਹ ਵਰਸਦੇ ਨੇ। ਤਬ ਤਾਰੂ ਸਿੰਘ ਉੱਤਰ ਕਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਸਿੱਖਾਂ ਨੂੰ ਉੱਤਰ ਦਿੱਤਾ। ਆਪਣੀ ਗਤ ਗੁਰ ਆਪੇ ਲਹੈ। ਕਿ ਭਾਈ ਸਿੱਖੋ, ਇਹ ਸਤਿਗੁਰੂ ਦੀ ਵਡਿਆਈ ਸਤਿਗੁਰੂ ਆਪ ਹੀ ਜਾਣਦੇ ਨੇ ਤੇ ਸਤਿਗੁਰੂ ਆਪ ਹੀ ਕਰਾ ਸਕਦੇ ਨੇ। ਕੋਈ ਇੱਕ ਜ਼ਬਾਨ ਨਾਲ ਸਤਿਗੁਰੂ ਦੀ ਵਡਿਆਈ ਨਹੀਂ ਕਰ ਸਕਦਾ। ਇੱਕ ਦੂ ਜੀਵ ਹੋ ਲੱਖ ਹੋਏ,
ਲੱਖ ਹੋਵਹਿ ਲਖ 20 ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਕਹਿੰਦੇ ਇੱਕ ਨਹੀਂ, ਲੱਖਾਂ ਜ਼ਬਾਨਾਂ ਵੀ ਹੋਣ ਤਾਂ ਵੀ ਗੁਰਸਿੱਖੋ ਸਤਿਗੁਰੂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਨਹੀਂ ਅੰਤ ਕਿਛ ਪਾਇਆ ਜਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤੇ ਸਤਿਗੁਰਾਂ ਦੇ ਘਰ ਦਾ ਕੋਈ ਅੰਤ ਨਹੀਂ ਪਾ ਸਕਦਾ। ਸਤਿਗੁਰੂ ਬੇਅੰਤ ਨੇ, ਉਨਕੇ ਭੇਦ ਹੈ ਉਨਹੀ ਪਾਹੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਵਡਿਆਈ ਹੈ। ਸੱਚੇ ਪਾਤਸ਼ਾਹ ਜੀ ਦੇ ਭੇਦ ਸਤਿਗੁਰੂ ਆਪ ਹੀ ਜਾਣਦੇ ਆ। ਕਿਨੀ ਤੇਰਾ ਅੰਤ ਨਾ ਪਾਇਆ। ਸਤਿਗੁਰੂ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਤੇ ਵੇਖੋ ਜਿੱਥੇ ਸਤਿਗੁਰੂ ਬੇਅੰਤ ਹੈ ਤੇ ਸਤਿਗੁਰੂ ਨੇ ਜਿਨ੍ਹਾਂ ਨੂੰ ਤਾਰਿਆ ਉਹ ਵੀ ਬੇਅੰਤ ਹੀ ਨੇ, ਉਹਨਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਕਿਹਨੂੰ ਕਿਹਨੂੰ ਮਹਾਰਾਜ ਨੇ ਤਾਰਿਆ ਤੇ ਅੱਜ ਵੀ ਸਤਿਗੁਰੂ ਤਾਰ ਰਹੇ ਨੇ, ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ, ਉਹ ਬੇਅੰਤ ਨੇ। ਦੋਹਰਾ ਤਾਰੂ ਸਿੰਘ ਨੇ ਇਮ ਕਹੀ ਸਿੱਖਨ ਕੋ ਸਮਝਾ। ਸੋ ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਪੜਾਣੇ ਦੇ ਸਿੱਖ ਸੰਗਤ ਨੂੰ ਸਮਝਾ ਦਿੱਤਾ। ਯੋ ਬੀਤੀ ਸਿਰ ਸਿੰਘ ਕੇ ਸੋ ਅਬ ਕਹੂੰ ਪ੍ਰਗਟਾਏ। ਸੋ ਭਾਈ ਸਾਹਿਬ ਕਹਿੰਦੇ ਵੀ ਹੁਣ ਭਾਈ ਤਾਰੂ ਸਿੰਘ ਹੋਣਾ ਦੇ ਸਿਰ ਤੇ ਕੀ ਕੀ ਬੀਤ ਰਹੀ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰ ਹੈ ਦਾ। ਹੁਣ ਪੜਾਣੇ ਤੋਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਨਵਾਬ ਖਾਨ ਬਹਾਦਰ ਦੀ ਕਚਹਿਰੀ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਜਾਂਦੇ ਨੇ। ਬੀਬੀ ਛੁਡਾਈ ਸਿੱਖਨ ਨੇ ਅਹਦੀਨ ਦਰਬ ਦਿਵਾਏ। ਤੇ ਜਿਹੜੀ ਭਾਈ ਤਾਰੂ ਸਿੰਘ ਜੀ ਦੇ ਭੈਣ ਜੀ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਪੜਾਣੇ ਦੀ ਸੰਗਤ ਨੇ ਰਕਮ ਦੇ ਕੇ ਛਡਵਾ ਲਿਆ। ਚਉਪਾਈ ਫਿਰ ਸਤ ਸੰਗਤ ਸਭ ਹੱਥ ਜੋੜੇ। ਤੇ ਜਦੋਂ ਚੱਲਣ ਲੱਗੇ ਸਾਰੀ ਗੁਰੂ ਕੀ ਸੰਗਤ ਨੇ ਹੱਥ ਜੋੜੇ ਭਾਈ ਤਾਰੂ ਸਿੰਘ ਨੂੰ ਨਮਸਕਾਰ ਕੀਤੀ। ਨਿਭੈ ਲਾਜ ਸਿੱਖੀ ਕੀ ਓੜੈ। ਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਰਾਜ ਤੁਹਾਡੇ ਘਰ ਦਾ ਸਿੱਖ ਸੇਵਕ ਸਿਰ ਧੜ ਦੀ ਬਾਜੀ ਲਾਉਣ ਚੱਲਾ, ਕਿਰਪਾ ਕਰਿਓ ਇਹਦੀ ਤੁਹਾਡੇ ਚਰਨਾਂ ਨਾਲ ਨਿਭ ਜਾਵੇ। ਸਿੱਖ ਸੰਗਤ ਯੋ ਕਰੈ ਅਰਦਾਸ। ਇਸ ਤਰ੍ਹਾਂ ਗੁਰੂ ਕੀ ਸੰਗਤ ਨੇ ਭਾਈ ਤਾਰੂ ਸਿੰਘ ਜੀ ਵਾਸਤੇ ਅਰਦਾਸ ਕੀਤੀ ਸਿੱਖੀ ਸਾਥ ਨਿਭਾਹੀ ਸਾਸ। ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਵਾਸਾਂ ਦੇ ਨਾਲ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਬਲ ਭਾਈ ਤਾਰੂ ਸਿੰਘ ਜੀ ਨੂੰ ਬਖਸ਼ਿਓ। ਅਹਦੀ ਪਹੁੰਚੇ ਲਾਹੌਰ ਜਾਏ। ਹੁਣ ਖਾਲਸਾ ਜੀ ਅਹਦੀਏ ਭਾਵ ਫੌਜੀ ਸਿਪਾਹੀ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਪਹੁੰਚ ਗਏ। ਬੰਦੀ ਖਾਨੇ ਦਿਓ ਫੜਾਏ। ਤੇ ਬੰਦੀ ਖਾਨੇ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਬੇੜੀਆਂ ਨਾਲ ਜਕੜ ਦਿੱਤਾ। ਕਈ ਦਿਵਸ ਹੈ ਫੜਿਓ ਰਹਿਓ। ਭਾਈ ਤਾਰੂ ਸਿੰਘ ਜੀ ਨੂੰ ਉੱਥੇ ਬੰਦੀ ਖਾਨੇ ਵਿੱਚ ਕਈ ਦਿਨ ਭੁੱਖਾ ਹੀ ਰੱਖਿਆ। ਸਾਧ ਸੰਗਤ ਆ ਦਰਸ਼ਨ ਕਰਿਓ। ਤੇ ਖਾਲਸਾ ਜੀ ਲੋਕ ਆ ਕੇ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਦੇ ਵੀ ਕਿਸ ਤਰ੍ਹਾਂ ਗੁਰੂ ਕਾ ਸਿੱਖ ਸਿਦਕ ਨਿਭਾ ਰਿਹਾ ਹੈ। ਜਿਮ ਜਿਮ ਸਿੰਘ ਕੋ ਤੁਰਕ ਸਤਾਵੈ। ਹੁਣ ਭਾਈ ਤਾਰੂ ਸਿੰਘ ਜੀ ਨੂੰ ਜਿਵੇਂ ਜਿਵੇਂ ਮੁਗਲ ਹਕੂਮਤ ਦੇ ਸਿਪਾਹੀ ਤਸੀਹੇ ਦਿੰਦੇ ਸਤਾਉਂਦੇ ਨੇ, ਤਿਮ ਤਿਮ ਮੁਖ ਸਿੰਘ ਲਾਲੀ ਆਵੈ। ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਸੂਲਾਂ ਚਬਾਉਂਦੇ ਨੇ, ਲੋਹੇ ਦੀਆਂ ਸੂਈਆਂ ਗਰਮ ਕਰਕੇ ਨਾ ਭਾਈ ਤਾਰੂ ਸਿੰਘ ਜੀ ਦੇ ਸਰੀਰ 'ਚ ਖਵਾਉਂਦੇ ਨੇ। ਤੇ ਸੋਚਦੇ ਸਨ ਵੀ ਸ਼ਾਇਦ ਡੋਲ ਜਾਵੇਗਾ, ਪਰ ਕਹਿੰਦੇ ਜਿੰਨੀਆਂ ਵੱਧ ਸੂਈਆਂ ਭਾਈ ਤਾਰੂ ਸਿੰਘ ਦੇ ਸਰੀਰ ਤੇ ਖਵਾਉਂਦੇ, ਭਾਈ ਤਾਰੂ ਸਿੰਘ ਦੇ ਚਿਹਰੇ ਤੇ ਹੋਰ ਵੀ ਲਾਲੀ ਆ ਰਹੀ ਹੈ। ਜਿਮ ਜਿਮ ਸਿੰਘ ਕਛ ਪੀਏ ਨਾ ਖਾਏ। ਕਹਿੰਦੇ ਭਾਈ ਤਾਰੂ ਸਿੰਘ ਸਾਹਿਬ ਜੀ ਕੁਝ ਛਕਦੇ ਵੀ ਨਹੀਂ, ਕੁਝ ਪੀਂਦੇ ਵੀ ਨਹੀਂ। ਤਿਮ ਤਿਮ ਸਿੰਘ ਸੰਤੋਖ ਹੋਇ ਆਏ। ਕਹਿੰਦੇ ਪਰ ਭਾਈ ਤਾਰੂ ਸਿੰਘ ਜੀ ਨੂੰ ਉਦੋਂ ਸੰਤੋਖ ਮਿਲ ਰਿਹਾ, ਖਾ ਨਹੀਂ ਰਹੇ, ਪੀ ਨਹੀਂ ਰਹੇ, ਪਰ ਫਿਰ ਵੀ ਵੱਡੀ ਦਾਤ ਸੰਤੋਖ ਉਹਨਾਂ ਕੋਲ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਉਹ ਸੰਤੋਖ ਭਾਈ ਤਾਰੂ ਸਿੰਘ ਜੀ ਨੂੰ ਮਿਲਿਆ ਹੈ। ਜੀਵਨ ਤੇ ਸਿੰਘ ਆਸ ਚੁਕਾਈ। ਭਾਈ ਤਾਰੂ ਸਿੰਘ ਜੀ ਨੇ ਜਿਉਣ ਦੀ ਆਸ ਛੱਡ ਦਿੱਤੀ ਹੈ। ਨਹਿ ਉਸ ਚਿੰਤ ਸੋ ਮਰਨੇ ਕਾਈ। ਤੇ ਭਾਈ ਤਾਰੂ ਸਿੰਘ ਜੀ ਨੂੰ ਮਰਨ ਦਾ ਬਿਲਕੁਲ ਵੀ ਡਰ ਨਹੀਂ। ਸਤ ਸੰਤੋਖ ਧੀਰ ਮਨ ਤਾਕੈ। ਕਿਉਂਕਿ ਭਾਈ ਤਾਰੂ ਸਿੰਘ ਹੋਣਾ ਦੇ ਮਨ ਵਿੱਚ ਸੱਚ ਦਾ ਵਾਸਾ,
ਭਾਈ ਤਾਰੂ ਸਿੰਘ ਦੇ ਹਿਰਦੇ ਵਿੱਚ ਸੰਤੋਖ ਦਾ ਵਾਸਾ ਹੈ। ਗੁਰ ਕਾ ਭਾਣਾ ਸਿਰ ਪਰ ਜਾਂਕੈ, ਉਹ ਭਾਈ ਤਾਰੂ ਸਿੰਘ ਜੀ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨ ਰਹੇ ਨੇ। ਦੋਹਰਾ ਜਿਸ ਕੇ ਮਨ ਮੈਂ ਭੈ ਗੁਰੂ, ਤਿਸ ਭੈ ਜਮ ਕਾ ਨਾਹੇ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਸਿੱਖੋ ਜਿਹਦੇ ਮਨ ਵਿੱਚ ਗੁਰੂ ਦਾ ਡਰ ਹੁੰਦਾ ਹੈ ਨਾ, ਉਹਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ। ਜਿਹਦੇ ਮਨ ਵਿੱਚ ਗੁਰੂ ਦਾ ਡਰ ਹੁੰਦਾ ਹੈ, ਨਿਰਮਲ ਭੈ ਹੁੰਦਾ ਹੈ, ਉਹਨੂੰ ਫਿਰ ਦੁੱਖਾਂ ਦਾ ਡਰ, ਮੌਤ ਦਾ ਡਰ ਰਹਿੰਦਾ ਨਹੀਂ। ਜਿਸ ਕੇ ਹੱਥ ਮਸ਼ਾਲ ਹੈ, ਕੀ ਕਰੂਗ ਅੰਧੇਰੋ ਤਾਹੇ। ਕਿਉਂਕਿ ਹਨੇਰੇ ਦੇ ਵਿੱਚ ਜਿਸ ਦੇ ਕੋਲ ਅੱਗ ਦੀ ਮਸ਼ਾਲ ਹੋਵੇ, ਕਹਿੰਦੇ ਹਨੇਰੇ ਦਾ ਪ੍ਰਭਾਵ ਨਹੀਂ ਉਹਦੇ ਤੇ ਪੈਂਦਾ। ਜਿਹਦੇ ਕੋਲ ਹਨੇਰੇ ਵਿੱਚ ਅੱਗ ਹੋਵੇ ਜਾਂ ਰੋਸ਼ਨੀ ਹੋਵੇ, ਉਸੇ ਤਰ੍ਹਾਂ ਦੁੱਖਾਂ ਦੇ ਹਨੇਰੇ ਵਿੱਚ, ਮੌਤ ਦੇ ਹਨੇਰੇ ਵਿੱਚ ਜਿਹਦੇ ਕੋਲ ਗੁਰੂ ਦਾ ਨਾਮ ਹੋਵੇ, ਉਹਦੇ ਉੱਤੇ ਵੀ ਖਾਲਸਾ ਜੀ ਮੌਤ ਦਾ, ਦੁੱਖਾਂ ਦਾ ਪ੍ਰਭਾਵ ਨਹੀਂ ਪੈਂਦਾ। ਸੋ ਸਤਿਗੁਰੂ ਕਿਰਪਾ ਕਰਨ ਅਗਾਂਹ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਸ਼ਹੀਦੀ ਪਾਉਂਦੇ ਨੇ ਅਤੇ ਕਿਸ ਤਰ੍ਹਾਂ ਭਾਈ ਮਹਿਤਾਬ ਸਿੰਘ ਗ੍ਰਿਫਤਾਰੀ ਦਿੰਦੇ ਨੇ। ਦੋਵੇਂ ਸਿੱਖਾਂ ਦੀ ਕਿਵੇਂ ਸ਼ਹੀਦੀ ਹੁੰਦੀ ਹੈ, ਕਿਵੇਂ ਭਾਈ ਤਾਰੂ ਸਿੰਘ ਜੀ ਦੀ ਜ਼ਾਲਮ ਲੋਕ ਖੋਪੜੀ ਉਤਾਰਦੇ ਨੇ। ਭਾਈ ਤਾਰੂ ਸਿੰਘ ਖੋਪੜੀ ਉਤਰਾਉਣੀ ਪ੍ਰਵਾਨ ਕਰਦੇ ਪਰ ਕੇਸ ਨਹੀਂ ਕਟਵਾਉਂਦੇ। ਕਿਸ ਤਰ੍ਹਾਂ ਸਿੱਖੀ ਸਿਦਕ ਨਿਭਾਉਂਦੇ, ਉਹ ਆਪਾਂ ਆਉਣ ਵਾਲੇ ਦਿਨ ਸੋਮਵਾਰ ਨੂੰ ਇਤਿਹਾਸ ਸਰਵਣ ਕਰਾਂਗੇ। ਇੱਥੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਅਖੀਰ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਆਪਾਂ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਕੇ ਸਦਾ ਸੰਗ ਨਿਧਾਰਾ, ਆਧਾਰ। ਹੇ ਠਾਕੁਰ ਹਉ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਕਥਾ ਨਿਤਾ ਪ੍ਰਤ ਹੋਤ ਹੈ। ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਤੋਂ ਇਲਾਵਾ ਅੱਜ ਦੇ ਪਵਿੱਤਰ ਪਾਵਨ ਖੁਸ਼ੀਆਂ ਭਰੇ ਦਿਵਸ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਬਿ ਜਨ ਭਲ ਉਨਹ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾਨ ਤੋਂ